ਕਰ ਪ੍ਰਸਾਦ ਗੁਰਦੇ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਕਰੇ ਸੰਗ ਸੋਏ ਮੈਂ ਲਾੜੂ ਬਹਿ ਸਰਬਲੋ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸੰਗਤ ਜੀ ਵਡਭਾਗੇ ਹੋ। ਗੁਰੂ ਸਵਾਰੀ ਨੂੰ ਪਾਸੋਂ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਖਾਲਸੇ ਦਾ ਇਤਿਹਾਸ ਸਰਵਣ ਕਰ ਰਹੇ ਹੋ। ਸਿੰਘਾਂ ਨੇ ਸਰਹੰਦ ਫਤਿਹ ਕਰਨ ਲਈ ਗੁਰਦੁਆਰੇ ਤਮੀਰ ਕਰ ਦਿੱਤੇ। ਆਪੋ ਆਪਣੀਆਂ ਮੱਲਾਂ ਜਿਹੜੀਆਂ ਨੇ ਉਹ ਮੱਲ ਲਈਆਂ। ਇੱਧਰ ਭਰਤਪੁਰ ਦੇ ਇਲਾਕੇ ਦੇ ਵਿੱਚ ਸੂਰਜ ਮੱਲ ਜਿਹੜਾ ਹੈ ਉਹਨੇ ਨਵਾਬ ਨੂੰ ਜਿਹੜਾ ਸੀ ਉਹ ਨਜ਼ਰਬੰਦ ਕਰ ਲਿਆ। ਉਹਨੇ ਅਬਦਾਲੀ ਨੂੰ ਚਿੱਠੀ ਭੇਜੀ ਤੇ ਤੈਨੂੰ ਮੈਂ ਜਿਹੜਾ ਹੈ 30 ਕਰੋੜ ਰੁਪਈਆ ਜਿਹੜਾ ਹੈ ਉਹ ਦੇਣਾ ਕਰਾਂਗਾ। ਅਬਦਾਲੀ ਫੌਜਾਂ ਲੈ ਕੇ ਪੰਜਾਬ ਦੀ ਧਰਤੀ ਤੋਂ ਲੰਘਣ ਦੀ ਕੋਸ਼ਿਸ਼ ਕਰਨੀ ਹੈ ਤੇ ਫਿਰ ਇਹਨੇ ਜਿਹੜਾ ਹੈ ਭਰਤਪੁਰ ਨੂੰ ਜਾਣਾ ਹੈ। ਰਸਤੇ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਹਨ ਜਿਨ੍ਹਾਂ ਦੇ ਉੱਤੇ ਇਹਨੇ ਹਮਲਾ ਕਰਨਾ ਹੈ ਤੇ ਬਾਬਾ ਜੀ ਆਪਣੀ ਤਿਆਰੀ ਕਰ ਰਹੇ ਨੇ ਦੋ ਹੱਥ ਕਰਨ ਵਾਸਤੇ ਅਬਦਾਲੀ ਦੇ ਨਾਲ। ਉਹਨਾਂ ਤਿਆਰੀਆਂ ਦੇ ਵਿੱਚ ਉਹਨਾਂ ਦਾ ਪਹਿਲਾਂ ਆਪ ਜੀ ਨੇ ਰੋਜ਼ਾਨਾ ਦਾ ਜੋ ਨਿਤਨੇਮ ਹੈ ਉਹ ਸਰਵਣ ਕੀਤਾ ਹੈ। ਉਪਰੰਤ ਜਿਸ ਤਰ੍ਹਾਂ ਵਿਆਹ ਵਾਲਾ ਲਾੜਾ ਜਿਹੜਾ ਹੈ ਤਿਆਰ ਹੁੰਦਾ ਹੈ ਹੁਣ ਲਾੜੀ ਨੂੰ ਵਿਆਹੁਣ ਵਾਸਤੇ, ਇਸ ਤਰ੍ਹਾਂ ਨਿਹੰਗ ਅਕਾਲੀ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਨੇ ਮੌਤ ਲਾੜੀ ਨੂੰ ਵਿਆਹੁਣ ਵਾਸਤੇ ਉਹ ਤਿਆਰ ਹੋ ਰਹੇ ਨੇ। ਤੇ ਜਦੋਂ ਸਿੰਘਾਂ ਨੇ ਕਿਹਾ ਕਿ ਬਾਬਾ ਜੀ ਕੋਈ ਇਹੋ ਜਿਹਾ, ਵਾਹਿਗੁਰੂ ਬਾਬਾ ਗੁਰਬਖਸ਼ ਸਿੰਘ ਜੀ ਨੇ ਕਿਹਾ ਕਿ ਕੋਈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸੀਸ ਭੇਟ ਦੇ ਦੇਵੇ ਤੇ ਉਹਦੀ ਪੁਕਾਰ ਜਿਹੜੀ ਹੈ ਫਿਰ ਸੁਣੀ ਜਾਵੇਗੀ। ਅਬਦਾਲੀ ਦੂਜੀ ਵਾਰ ਫਿਰ ਇੱਥੇ ਨਹੀਂ ਆਵੇਗਾ। ਸਿੰਘਾਂ ਨੇ ਅੱਗੋਂ ਕਿਹਾ ਵੀ ਤੁਹਾਡੇ ਤੋਂ ਵੱਡਾ ਜਿਹੜਾ ਹੈ ਯੋਧਾ ਜਿਹੜਾ ਹੈ ਕਿਹੜਾ ਹੋ ਸਕਦਾ। ਬਾਬਾ ਜੀ ਨੇ ਦੋਨੋਂ ਹੱਥ ਜੋੜ ਕੇ ਉਹਨਾਂ ਦੀ ਇਹ ਕਹੇ ਹੁਕਮ ਨੂੰ ਜਿਹੜਾ ਹੈ ਪ੍ਰਵਾਨ ਲਿਆ ਤੇ ਹੁਣ ਆਪ ਉਹਨਾਂ ਸਿੰਘਾਂ ਨੂੰ ਜਿਹੜਾ ਨੇ ਕਹਿਣਾ ਕਰ ਰਹੇ ਨੇ ਕਿ ਹੁਣ ਜਿਹੜੀ ਬਰਾਤ ਚੜ੍ਹਦੀ ਹੈ ਉਹਦੇ ਵਿੱਚ ਲਾੜਾ ਇਕੱਲਾ ਤੇ ਨਹੀਂ ਨਾ ਜਾਂਦਾ, ਉਹਦੇ ਨਾਲ ਜਾਂਜੀ ਵੀ ਜਿਹੜੇ ਜਾਂਦੇ ਨੇ। ਹੁਣ ਮੌਤ ਲਾੜੀ ਨੂੰ ਵਿਆਹੁਣ ਜਾਣਾ ਹੈ, ਇਸ ਕਰਕੇ ਕਿਹੜਾ ਕਿਹੜਾ ਸਿੰਘ ਜਿਹੜਾ ਹੈ ਸਾਡੇ ਨਾਲ ਤੁਰੇਗਾ ਉਸ ਮੌਤ ਲਾੜੀ ਨੂੰ ਵਿਆਹੁਣ ਵਾਸਤੇ। ਹੁਣ ਸ਼ਰਬਾਲਾ ਦਾ ਇੱਥੇ ਜਿਹੜਾ ਹੈ ਜ਼ਿਕਰ ਆ ਰਿਹਾ ਹੈ। ਆਓ ਕਥਾ ਆਪਾਂ ਸਰਵਣ ਕਰੀਏ ਕਿਸ ਤਰ੍ਹਾਂ ਯੁੱਧ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਕਿਹੜੇ ਕਿਹੜੇ ਹਾਰ ਸ਼ਿੰਗਾਰ ਬਾਬਾ ਜੀ ਜਿਹੜੇ ਨੇ ਉਹ ਕਰ ਰਹੇ ਨੇ, ਅੱਗੇ ਨਾਲ ਸਿੰਘ ਕਿਹੜੇ ਕਿਹੜੇ ਤੁਰ ਰਹੇ ਨੇ, ਕਿੱਥੇ ਜਾ ਕੇ ਮੱਥਾ ਟੇਕਿਆ, ਕਿਸ ਤਰ੍ਹਾਂ ਅਗਲੀ ਕਥਾ ਆ ਰਹੀ ਹੈ। ਸਰਵਣ ਕਰੀਏ। ਦਿਓ ਸੀਸ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੇ ਤਿਆਰੀ ਹਮ ਸਭ ਸੋਏ। ਹੈ ਜੋ ਸਿੰਘ ਪਿਆਰਿਆ। ਬਾਬਾ ਗੁਰਬਖਸ਼ ਸਿੰਘ ਜੀ ਕਹਿਣ ਲੱਗੇ ਆਪਾਂ ਤੁਹਾਡੀ ਗੱਲ ਮੰਨ ਲਈ, ਹੁਣ ਮੇਰੇ ਬੱਚੇ ਵੀ ਸੁਣੋ। ਕੋਈ ਹੈ ਜਿਹੜਾ ਬਰਾਤ ਦੇ ਵਿੱਚ ਜਿਹੜਾ ਹੈ ਉਹ ਸ਼ਰਬਾਲਾ ਬਣ ਸਕੇ ਲਾੜੇ ਦੇ ਨਾਲ, ਉਹ ਇਸ ਤਰ੍ਹਾਂ ਸਿੰਘਾਂ ਨੂੰ ਜਿਹੜੀ ਹੈ ਆਵਾਜ਼ ਦੇਣੀ ਉਹਨਾਂ ਨੇ ਕਰਨੀ ਕੀਤੀ ਹੈ ਜੀ। ਜਿਹੜਾ ਸਾਡੇ ਨਾਲ ਜਿਹੜੀ ਹੈ ਉਸ ਮੁਹਿੰਮ ਤੇ ਤੁਰਨ ਵਾਸਤੇ, ਵਿਆਹ ਵਿੱਚ ਜਾਣ ਵਾਸਤੇ ਤਿਆਰ ਹੋਵੇ। ਮੈਂ ਸਰਬਾਲੋ ਮੈਂ ਲਾੜੋ ਮੈਂ ਸਰਬਾਲੋ ਹੋਏ। ਮੈਂ ਲਾੜਾ ਹਾਂ ਉਸ ਬਰਾਤ ਦਾ ਤੇ ਮੇਰੇ ਨਾਲ ਜਿਹੜਾ ਸ਼ਰਬਾਲਾ ਬਣੇਗਾ ਉਹਨੂੰ ਮੈਂ ਸਦਨਾ ਚਾਹੁੰਦਾ ਹਾਂ। ਸੁਨਤ ਬਚਨ ਸਿੰਘ ਲਈ ਖਲੋਏ। ਹੈ ਗੁਰਮੁਖ ਹੈ ਗੁਰਮੁਖ ਜੋ ਸਿੰਘ ਪਿਆਰਾ। ਬਾਬਾ ਗੁਰਬਖਸ਼ ਸਿੰਘ ਜੀ ਕਹਿਣ ਲੱਗੇ ਕਿ ਕੋਈ ਗੁਰਮੁਖ ਪਿਆਰਾ ਹੈਗਾ ਹੈ, ਕਰੇ ਤਿਆਰੀ ਹਮ ਸਭ ਸੋਏ। ਜਿਹੜਾ ਸਾਡੇ ਨਾਲ ਤਿਆਰੀ ਕਰੇ ਜੀ। ਮੈਂ ਲਾੜੋ ਮੈਂ
ਸਰਬਲੋ ਹੋਏ। ਜਿਸ ਤਰ੍ਹਾਂ ਬਰਾਤ ਦੇ ਵਿੱਚ ਇੱਕ ਲਾੜਾ ਹੁੰਦਾ ਹੈ, ਨਾਲ ਉਹਦੇ ਇੱਕ ਸ਼ਰਬਾਲਾ ਹੁੰਦਾ ਹੈ। ਕਹਿਣ ਲੱਗੇ ਮੈਂ ਮੌਤ ਲਾੜੀ ਨੂੰ ਵਿਆਹੁਣ ਚੱਲਾਂ ਖਾਲਸਾ ਜੀ, ਹੁਣ ਕੱਲਾ ਕਿੱਦਾਂ ਜਾਵਾਂ? ਕੋਈ ਇਸ ਲਾੜੇ ਦੇ ਨਾਲ ਜਿਹੜਾ ਹੈ ਸ਼ਰਬਾਲਾ ਬਣਨ ਨੂੰ ਤਿਆਰ ਹੈ। ਸੁਨਤ ਬਚਨ ਸਿੰਘ ਕਈ ਖਲੋਏ। ਤੇ ਉਸ ਸਮੇਂ ਖਾਲਸਾ ਇਦਾਂ ਦਾ ਨਹੀਂ ਸੀ ਕਿ ਮੌਤ ਦਾ ਸਮਾਂ ਆਵੇ ਅੱਜ ਦੇ ਸਮੇਂ ਦੇ ਵਿੱਚ ਤੇ ਫਿਰ ਪੈਰ ਪਿੱਛੇ ਨੂੰ ਖਿੱਚ ਲੈਣ, ਸ਼ਹੀਦੀਆਂ ਦੇਣੀਆਂ ਪੈ ਜਾਣ ਤੇ ਪੈਰ ਪਿੱਛੇ ਨੂੰ ਖਿੱਚ ਲੈਣ, ਕਿਉਂਕਿ ਧਨ ਦੌਲਤ ਵਾਸਤੇ ਤੇ ਅੱਜ ਖਾਲਸਾ ਬੜਾ ਭੱਜਾ ਫਿਰਦਾ ਹੈ। ਜਿੱਥੇ ਧਨ ਹੋ ਗਿਆ, ਜਿੱਥੇ ਕਿਸੇ ਦੇ ਉੱਤੇ ਜ਼ੋਰ ਕਰਨਾ ਹੈ ਆਦਤ, ਪਰ ਜੇ ਕਿਤੇ ਸੀਸ ਦੇਣ ਦੀ ਵਾਰੀ ਆ ਜਾਵੇ ਤੇ ਉੱਥੇ 80,000 ਦੇ ਇਕੱਠ ਦੇ ਵਿੱਚੋਂ 5 ਨਿਤਰੇ ਸਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ 80,000 ਦਾ ਇਕੱਠ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਧਰਤੀ ਤੇ ਉਹਨਾਂ ਦੇ ਵਿੱਚੋਂ 5 ਨਿਤਰੇ। ਤੇ ਇੱਥੇ ਵੀ ਅੱਜ ਦੇ ਸਮੇਂ ਦਾ ਪ੍ਰਕਰਮ ਦੁਹਰਾ ਰਹੀਏ ਤੇ ਮੁਸ਼ਕਲ ਦੇ ਨਾਲ ਹੈ, ਨਹੀਂ ਤਾਂ ਬੜਾ ਔਖਾ ਹੋ ਜਾਵੇਗਾ। ਸਾਹਿਬ ਜੀ ਕਹਿੰਦੇ ਪਏ ਨੇ ਸੁਨਤ ਬਚਨ ਸਿੰਘ ਕਈ ਖਲੋਏ। ਉਸ ਸਮੇਂ ਦਾ ਇਤਿਹਾਸ ਹੈ ਗੁਰੂ ਕੀ ਸੰਗਤ ਜੀ, ਜਦੋਂ ਬਾਬਾ ਜੀ ਨੇ ਕਿਹਾ ਕੋਈ ਹੈ ਸ਼ਰਬਾਲਾ ਬਣਨ ਦੇ ਵਾਸਤੇ, ਤੇ ਆਮ ਬਰਾਤ ਦੇ ਵਿੱਚ ਇੱਕ ਸ਼ਰਬਾਲਾ ਜਿਹੜਾ ਹੈ ਮਿਣਿਆ ਜਾਂਦਾ ਹੈ, ਪਰ ਇੱਥੇ ਦੇਖੋ ਇੱਕ ਲਾੜਾ ਹੈ ਤੇ ਸ਼ਰਬਾਲੇ ਜਿਹੜੇ ਨੇ ਸਿੰਘਾਂ ਦੇ ਰੂਪ ਦੇ ਵਿੱਚ ਕਈ ਖਲੋ ਗਏ। ਕਹਿਣ ਲੱਗੇ ਬਾਬਾ ਜੀ ਅਸੀਂ ਪਹਿਲਾਂ ਮੈਂ ਅੱਗੇ ਹੋਵਾਂਗਾ ਤੁਹਾਡੇ ਨਾਲ ਸ਼ਰਬਾਲਾ ਬਣਨ ਲਈ। ਤੇ ਉਹਨਾਂ ਨੇ ਬਾਬਾ ਗੁਰਬਖਸ਼ ਸਿੰਘ ਜੀ ਦੇ ਚਰਨਾਂ ਨੂੰ ਨਮਸਕਾਰ ਕੀਤੀ ਹੈ ਜੀ। ਉਹਨਾਂ ਸਿੰਘਾਂ ਨੇ ਉਸ ਸਮੇਂ ਇਸ ਤਰ੍ਹਾਂ ਮੂੰਹ ਦੇ ਵਿੱਚੋਂ ਉਚਾਰਨ ਕੀਤੇ ਬਚਨ, ਬਾਬਾ ਜੀ ਅਸੀਂ ਤਾਂ ਬਸ ਤੁਹਾਡਾ ਇਸ਼ਾਰਾ ਹੀ ਚਾਹੁੰਦੇ ਸਾਂ, ਹਮ ਚਾਹਤੇ ਹਾਂ ਬਸ ਬਚਨ ਤੁਮਾਰਾ, ਤੁਹਾਡੇ ਤੇ ਇਸ਼ਾਰੇ ਦੀ ਉਡੀਕ ਸੀ। ਆਪਾਂ ਤੁਹਾਡੇ ਨਾਲ ਸ਼ਰਬਾਲੇ ਬਣਨ ਵਾਸਤੇ ਜੰਜ ਦੇ ਉੱਤੇ ਜਿਹੜਾ ਹੈ ਆਪਣਾ ਯੋਗਦਾਨ ਪਾਉਣ ਵਾਸਤੇ ਤਿਆਰ ਹਾਂ ਜੀ। ਤੇ ਇੱਕ ਦੋ ਸਿੰਘ ਜਦੋਂ ਇਸ ਤਰ੍ਹਾਂ ਅੱਗੇ ਹੋਏ ਨਾ ਗੁਰੂ ਕੀ ਸੰਗਤ ਜੀ, ਤੇ ਉਹਨਾਂ ਵੱਲ ਵੇਖ ਕੇ ਨਾ ਹੋਰ ਵੀ ਕਈ ਜਿਹੜੇ ਨੇ ਉਹ ਖੜਾ ਹੋ ਗਏ। ਤਿੰਨਾ ਦੇਖ ਮਨ ਚਾਓ ਉਠੰਦਾ, ਕੁਝ ਵੇਖ ਕਰਕੇ ਸਿੰਘਾਂ ਨੂੰ ਕਿ ਇਹ ਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਇਹ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਬਾਣੀ ਗਾਉਂਦੇ ਨੇ, ਆਪਣਾ ਜਿਹੜਾ ਹੈ ਨਿਤਨੇਮ ਦੇ ਵਿੱਚ ਪਰਪੱਕ ਨੇ, ਇਹਨਾਂ ਦਾ ਜੀਵਨ ਜਿਹੜਾ ਹੈ ਰੋਜ਼ਾਨਾ ਗੁਰੂ ਘਰ ਦੇ ਨਾਲ ਜੁੜਿਆ ਹੁੰਦਾ ਹੈ। ਇੱਕ ਆਮ ਪੰਜਾਬੀ ਦੀ ਕਹਾਵਤ ਹੈ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਪਕੜ ਜਾਂਦਾ ਹੈ। ਉੱਥੇ ਇਸ ਕਹਾਵਤ ਨੂੰ ਜ਼ਿਆਦਾਤਰ ਨੈਗੇਟਿਵ ਪੁਆਇੰਟ ਦੇ ਵਿੱਚ ਗਿਣਿਆ ਗਿਆ ਹੈ ਕਿ ਮਾੜੇ ਬੰਦਿਆਂ ਦੀ ਸੰਗਤ ਦੇਖ ਕਰਕੇ ਮਾੜੇ ਹੋਰ ਨਾਲ ਤੁਰ ਪੈਂਦੇ ਨੇ, ਪਰ ਬਾਣੀ ਨੇ ਇੱਕ ਅਲਫਾਜ਼ ਕਿਹਾ ਹੈ, ਸਾਹਿਬ ਜੀ ਕਹਿੰਦੇ ਨੇ ਰੰਗ ਲਾਗਤ ਹੈ। ਕੋਈ ਆ ਕੇ ਤੇ ਬਵੇ ਇਸ ਗੁਰੂ ਕੀ ਸੰਗਤ ਦੇ ਵਿੱਚ, ਜਦੋਂ ਬਾਣੀ ਸੁਣੇਗਾ, ਇਤਿਹਾਸ ਸੁਣੇਗਾ, ਜਦੋਂ ਕੀਰਤਨ ਸੁਣੇਗਾ ਆਦਤ, ਫਿਰ ਰੰਗ ਜਿਹੜਾ ਹੈ ਮਾਲਕ ਦੇ ਘਰ ਦਾ ਲੱਗੇਗਾ। ਜਿਹਨੂੰ ਲੱਗ ਗਿਆ ਲਾਲ ਰੰਗ ਤਿਸ ਕਹਿ ਲੱਗਾ, ਜਿਸ ਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਜਿਹਨੂੰ ਲੱਗ ਗਿਆ ਫਿਰ ਪਹਿਲਾ ਮਰਨ ਕਬੂਲ ਜੀਵਨ ਕੀ ਛਡਵਾਸ, ਇਹ ਜਿਹੜਾ ਹੈ ਜੀਵਨ ਬਣ ਜਾਵੇਗਾ ਜੀ। ਹੇ ਮੇਰੇ ਬਾਬਾ ਗੁਰਬਖਸ਼ ਸਿੰਘ ਜੀ, ਸਿੰਘ ਕਹਿੰਦੇ ਪਏ ਨੇ ਤੁਮ ਲਾੜੇ ਹਮ ਹੋਏ ਜੰਜ ਚੜੇ, ਆਪਾਂ ਜਿਹੜੇ ਹਾਂ ਉਹ ਜਾਂਜੀ ਹੋ ਗਏ ਤੇ ਤੂੰ ਉਸ ਜੰਜ ਦਾ ਜਿਹੜਾ ਹੈ ਸਿਰਮੌਰ ਲਾੜਾ ਹੋ ਗਿਆ। ਉਦੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਇਸ ਤਰ੍ਹਾਂ ਬਚਨ ਕਹੇ ਹਨ ਜੀ, ਆਂਦੇ ਜਿਹੜਾ ਹੁਣ ਸਾਡੇ ਨਾਲ ਸ਼ਰਬਾਲਾ ਬਣੇਗਾ, ਜਿਹਦਾ ਮੌਤ ਰੂਪੀ ਲਾੜੀ ਨੂੰ ਵਿਆਹੁਣ ਵਾਸਤੇ ਸਾਡੇ ਨਾਲ ਚੱਲੇਗਾ, ਅਗਲੇ ਜਨਮ ਦੇ ਵਿੱਚ ਜਿਹੜਾ ਹੈ ਉਹਨੂੰ ਉਹਦਾ ਲਾਹਾ ਮਿਲੇਗਾ। ਧਿਆਨ ਦੇਣਾ, ਅੱਗੇ ਬਚਨ ਆਉਣੇ ਨੇ ਗੁਰੂ ਕੀ ਸੰਗਤ ਜੀ। ਜਿਹੜੇ ਇੱਥੇ ਸਿੰਘਾਂ ਨੇ ਸ਼ਹੀਦ ਗੁਣਾਣਾ, ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਜਦੋਂ ਉਹਨਾਂ ਦਾ ਅੱਗੇ ਜਾ ਕੇ ਰਾਜ ਭਾਗ ਆਉਣਾ, ਤੇ ਉਹਨਾਂ ਸਮਿਆਂ ਦੇ ਅੰਦਰ ਜਿਨ੍ਹਾਂ ਨੂੰ ਰਾਜ ਭਾਗ ਮਿਲੇ, ਜਿਨ੍ਹਾਂ ਨੂੰ ਬਾਦਸ਼ਾਹੀਆਂ ਮਿਲੀਆਂ, ਇਹਨਾਂ ਸਿੰਘਾਂ ਨੂੰ ਜਿਹੜੇ ਸੀ ਨਾ ਉਹ ਬਾਦਸ਼ਾਹੀਆਂ ਜਿਹੜੀਆਂ ਅੱਗੇ ਮਿਲਣੀਆਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਜਾ ਕਰਕੇ। ਤੇ ਇਹ ਬਚਨ ਹੁਣ ਅਕਾਲੀ ਬਾਬਾ ਗੁਰਬਖਸ਼ ਸਿੰਘ ਜੀ ਕਹਿ ਰਹੇ ਨੇ, ਕਹਿਣ ਲੱਗੇ ਨੇ ਜਾਂ ਕੋ ਫਲ
ਜਨਮ ਆਗੇ ਲਹਿਓ। ਜਿਹੜਾ ਹੁਣ ਸ਼ਰਬਾਲਾ ਬਣੇਗਾ ਉਹਨੂੰ ਇਸ ਕਰਮ ਦਾ ਫਲ ਜਿਹੜਾ ਹੈ ਅਗਲੇ ਜਨਮ 'ਚ ਜਿਹੜਾ ਹੈ ਜ਼ਰੂਰ ਮਿਲੇਗਾ। ਸੀਸ ਲਾਏ ਹਮ ਕਰੇ ਵਿਆਹ। ਅਸੀਂ ਹੁਣ ਆਪਣਾ ਸੀਸ ਲਾ ਕਰਕੇ ਮੌਤ ਰੂਪੀ ਲਾੜੀ ਨੂੰ ਵਿਆਹੁਣਾ ਕਰਾਂਗੇ। ਬਹੁ ਪਾਤਸ਼ਾਹੀ ਅਸ਼ ਲਿਓ ਪਰਨਾਏ। ਤੇ ਜਿਹੜੇ ਜਿਹੜੇ ਨਾਲ ਆਪਣਾ ਸੀਸ ਲਾਉਣਗੇ ਉਹਨਾਂ ਨੂੰ ਵੀ ਪਾਤਸ਼ਾਹੀਆਂ ਜਿਹੜੀਆਂ ਨੇ ਨਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਝੋਲੀ 'ਚ ਪਾ ਦੇਵੇਗਾ ਜੀ। ਅਮਰ ਸੰਗ ਸੋ ਜਾਂਦੀ ਲੋਗ। ਜਿਹੜੇ ਸਾਡੇ ਨਾਲ ਜਾਂਜੀ ਲੋਕ ਹੋਣਗੇ ਭਾਵ ਜੀ ਪਾਤਸ਼ਾਹੀਓ ਵੱਡੋ ਸਦੀ ਹੋਗ। ਉਹਨਾਂ ਨੂੰ ਵੀ ਬੜੀਆਂ ਬੜੀਆਂ ਵੱਡੀਆਂ ਪਾਤਸ਼ਾਹੀਆਂ ਜਿਹੜੀਆਂ ਨੇ ਮਿਲਣਗੀਆਂ। ਦੋਹਰਾ ਸਮਰ ਸੀਸ ਸਨ ਮੁਖ ਦਏ ਹੋਏ ਭੂਪ ਪਾਏ ਵਡਰਾਜ। ਜਿਹੜੇ ਮਨੁੱਖ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸੀਸ ਅਰਪਣ ਕਰ ਦੇਵਨ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਬੜੇ ਭੂਪ ਭਾਵ ਵੱਡੇ ਰਾਜੇ ਵੱਡੇ ਪਾਤਸ਼ਾਹੀਆਂ ਬਖਸ਼ਦਾ ਹੈ। ਗੁਰੂ ਕੀ ਸੰਗਤ ਜੀ ਇਹ ਬਚਨ ਅੱਗੇ ਆਉਣ ਲੱਗੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਿਹੜੇ 10ਵੇਂ ਗ੍ਰੰਥ ਦੀ ਬਾਣੀ ਹੈ ਉਹਦੇ ਵਿੱਚੋਂ ਅੱਗੇ ਬਚਨ ਆਉਣੇ ਨੇ ਇਸੇ ਹੀ ਪਰਥਾਏ। ਉਸ ਰੋਤ ਚੰਡੀ ਮੈਂ ਕਹੀ ਸ੍ਰੀ ਸਤਿਗੁਰ ਮੁਖ ਆਵਾਜ। ਤੇ ਬਾਬਾ ਗੁਰਬਖਸ਼ ਸਿੰਘ ਜੀ ਕਹਿਣ ਲੱਗੇ ਜਿਹੜੀ ਚੰਡੀ ਦੀ ਵਾਰ ਹੈ ਚੰਡੀ ਦੀ ਵਾਰ ਦੋ ਭਾਗਾਂ ਦੇ ਵਿੱਚ ਵੀ ਮੰਨੀ ਗਈ ਹੈ। ਪਹਿਲਾ ਪਾਠ ਦੂਜਾ ਪਾਠ ਤੇ ਉਹਦੇ ਉਸਤਰੋਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਾਬਾ ਗੁਰਬਖਸ਼ ਸਿੰਘ ਜੀ ਕਹਿਣ ਲੱਗੇ ਮੈਂ ਤੁਹਾਨੂੰ ਉਹ ਬਚਨ ਜਿਹੜੇ ਆਪਣੇ ਮੁਖ ਤੋਂ ਉਚਾਰ ਕੇ ਕਹਿਣ ਲੱਗਾ ਹਾਂ ਜੀ। ਚੌਪਈ ਸਮਰ ਸਮਾ ਹੈ ਸੀਸ ਤੋਪੈ ਚੜਾਵਾ। ਹੇ ਚੰਡੀ ਹੇ ਖੜਗ ਹੇ ਭਗਉਤੀ ਜਿਹੜਾ ਤੈਨੂੰ ਆਪਣਾ ਸੀਸ ਅਰਪਣ ਕਰ ਦੇਵੇਗਾ। ਹੁਣ ਚੰਡੀ ਕਿਹੜੀ ਹੈ? ਇੱਥੇ ਚੰਡੀ ਦਾ ਅਰਥ ਆਇਆ ਹੈ ਸ਼੍ਰੀ ਸਾਹਿਬ ਕਿਰਪਾਨ ਭਗਉਤੀ ਉਹਨੂੰ ਚੰਡੀ ਕਿਹਾ ਗਿਆ ਹੈ। ਹੇ ਚੰਡੀ ਹੇ ਖੜਗ ਹੇ ਭਗਉਤੀ ਜਿਹੜਾ ਤੈਨੂੰ ਜਿਹੜਾ ਹੈ ਆਪਣਾ ਸੀਸ ਅਰਪਣ ਕਰ ਦੇਵੇਗਾ। ਮਹਾਭੂਪ ਹੋਏ ਉਗਰਾ ਰਾਜ ਪਾਵੈ। ਉਹ ਵੱਡਾ ਰਾਜਾ ਹੋ ਕਰਕੇ ਤੇ ਆਪਣਾ ਬੜਾ ਵੱਡਾ ਰਾਜ ਭਾਗ ਜਿਹੜਾ ਹੈ ਉਹ ਉਹਨੂੰ ਮਿਲੇਗਾ। ਇਹ ਕਿਹਦੇ ਬਚਨ ਨੇ? ਬਾਬਾ ਗੁਰਬਖਸ਼ ਸਿੰਘ ਜੀ ਕਹਿ ਰਹੇ ਨੇ। ਇਹ ਬਚਨ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਖਾਲਸਾ ਜੀ, ਇਹ ਬਚਨ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਸਰੋਤ ਚੰਡੀ ਦੇ ਵਿੱਚ ਜਿੱਥੋਂ ਇਹ ਗ੍ਰੰਥ ਦੀ ਤੁਸੀਂ ਪਰਿਭਾਸ਼ਾ ਦੇਖ ਲਓ ਗੁਰੂ ਕੀ ਸੰਗਤ ਜੀ ਕਿ ਤਕਰੀਬਨ 200 ਸਾਲ ਤੋਂ ਵੱਧ ਹੋ ਗਿਆ ਇਸ ਇਤਿਹਾਸ ਨੂੰ ਲਿਖਿਆ ਹੋਇਆ। ਤੇ ਆਪਾਂ ਜਦੋਂ ਚੰਡੀ ਦੀ ਵਾਰ ਸ਼ੁਰੂ ਕਰਦੇ ਹਾਂ ਤੇ ਉਹਦਾ ਪਹਿਲਾ ਹੀ ਪਤਾ ਹਮੇਸ਼ਾ ਅਰਦਾਸ ਦੇ ਵਿੱਚ ਬੋਲਿਆ ਜਾਂਦਾ ਹੈ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਤੇ ਇਸੇ ਹੀ ਅਰਦਾਸ ਦਾ ਅੱਗੇ ਜਾ ਕੇ ਸਿੰਘਾਂ ਨੇ ਮੁੱਢ ਬੰਨਿਆ ਜਿਨ੍ਹਾਂ ਸਿੰਘਾਂ ਸਿੰਘੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਆਦਿਕ ਉਹਨਾਂ ਦੇ ਵਿੱਚ ਇੱਕ ਪ੍ਰਕਰਮ ਚੱਲਦਾ ਹੈ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹ ਜਿੰਨੀ ਵੀ ਜਿਹੜੀ ਹੈ ਅਰਦਾਸ ਰੂਪ ਬੇਨਤੀ ਜਿਹੜੀ ਕੀਤੀ ਗਈ ਨਾ ਸਮਝ ਲੈਣਾ ਕਿ ਬਸ ਉਹੀ ਖਾਲਸੇ ਦਾ ਇਤਿਹਾਸ ਇਸ ਪੰਥ ਪ੍ਰਕਾਸ਼ ਦੇ ਵਿੱਚ ਜਿਹੜਾ ਹੈ ਉਹ ਵਿਲੱਖਣਤਾ ਭਰਪੂਰ ਜਿਹੜਾ ਹੈ ਉਹ ਵਿਆਖਿਆ ਰੂਪ ਦਿੱਤਾ ਹੈ। ਤੇ ਜੇ ਥੋੜੇ ਸ਼ਬਦਾਂ 'ਚ ਪੜ੍ਹਨਾ ਹੋਵੇ ਸਿੰਘਾਂ ਦਾ ਇਤਿਹਾਸ ਤੇ ਫਿਰ ਤੁਸੀਂ ਅਰਦਾਸ ਯਾਦ ਕਰ ਲਵੋ। ਥੋੜੇ ਸ਼ਬਦਾਂ ਦੇ ਵਿੱਚ ਇਤਿਹਾਸ ਯਾਦ ਕਰਨਾ ਤੇ ਫਿਰ ਅਰਦਾਸ ਯਾਦ ਕਰ ਲਵੋ। ਤੇ ਜੇ ਵਿਲੱਖਣਤਾ ਭਰਪੂਰ ਪੂਰਾ ਇਹਦਾ ਇਤਿਹਾਸ ਪੜ੍ਹਦਾ ਹੈ ਤੇ ਫਿਰ ਪੰਥ ਪ੍ਰਕਾਸ਼ ਪ੍ਰਾਚੀਨ ਜਿਹੜਾ ਹੈ ਉਸ ਗ੍ਰੰਥ ਦੀ ਕਥਾ ਤੁਹਾਨੂੰ ਜਿਹੜੀ ਹੈ ਉਹ ਸੁਣਨੀ ਪਵੇਗੀ। ਇੱਥੇ ਬਾਬਾ ਗੁਰਬਖਸ਼ ਸਿੰਘ ਜੀ ਖਾਲਸਾ ਇਹ ਕਹਿੰਦੇ ਪਏ ਨੇ ਕਿ ਇਹ ਬਚਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਹੇ ਕਿ ਜਿਹੜਾ ਖੜਗ ਨੂੰ ਤੇਗ ਨੂੰ ਭਗਉਤੀ ਨੂੰ ਆਪਣਾ ਸੀਸ ਭੇਟਾ ਕਰ ਦੇਵੇਗਾ ਖਾਲਸਾ ਜੀ ਉਹਨੂੰ ਬੜਾ ਵੱਡਾ ਰਾਜਾ ਐਲਾਨਿਆ ਜਾਵੇਗਾ। ਉਹ ਪਾਤਸ਼ਾਹੀਆਂ ਭੋਗੇਗਾ ਅਗਲੇ ਜਨਮ ਦੇ ਵਿੱਚ ਜੀ। ਹੋਏ ਸੰਤ ਜਨਮ ਜਿਮ ਗੋਰੇ ਆਖਾ। ਇਹ ਮੈਂ ਨਹੀਂ ਕਹਿ ਰਿਹਾ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਹੈ ਇਹ ਸੱਤ ਹੈ ਤੇ ਅਸਲ ਦੇ ਵਿੱਚ ਇਹ ਗੱਲ ਜਿਹੜੀ ਗੁਰੂ ਨੇ ਕਹਿ ਦਿੱਤੀ ਉਹ ਹੋ ਕੇ ਹੀ ਰਵੇਗੀ। ਬਜਨੀ ਬਚਨ ਗੁਰਬਖਸ਼ ਸਿੰਘ ਆਖਾ। ਇਹ ਬਚਨ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਨੇ ਚੰਡੀ ਦੇ ਵਿੱਚੋਂ ਕਹਿ ਰਹੇ ਹਨ ਜੀ। ਤੋਲੋ ਪੂਜਿਓ ਸ਼ਾ ਆਏ ਲਾਹੌਰ। ਦੂਜੇ ਪਾਸੇ ਅਬਦਾਲੀ ਜਿਹੜਾ ਸੀ ਉਥੋਂ ਕਾਬਲ ਕੰਧਾਰ ਤੋਂ ਚੱਲਦਾ ਹੋਇਆ ਲਾਹੌਰ ਦੀ ਧਰਤੀ ਤੇ ਆ ਪਹੁੰਚਿਆ। ਚਲਿਓ ਜੰਗ ਤੋਂ ਦਿੱਲੀ ਔਰ। ਜਿਹੜਾ ਭਰਤਪੁਰ ਦੇ ਇਲਾਕੇ ਦੇ ਵਿੱਚ ਜਾਣਾ ਚਾਹੁੰਦਾ ਸੀ ਜੀ। ਸਿੰਘ ਸ੍ਰੀ ਅੰਮ੍ਰਿਤਸਰ ਉਨ ਸੁਨੇ। ਤੇ
ਸੁਣਿਆ ਕਿ ਬਾਬਾ ਗੁਰਬਖਸ਼ ਸਿੰਘ ਜੀ ਆਪਣੀਆਂ ਫੌਜਾਂ ਦੇ ਨਾਲ ਜਿਹੜੇ ਨੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਹਨਾਂ ਨੇ ਆਪਣਾ ਟਿਕਾਣਾ ਕੀਤਾ ਹੋਇਆ ਹੈ ਜੀ। ਇਸ ਕਰਕੇ ਅਬਦਾਲੀ ਸੋਚਦਾ ਭਰਤਪੁਰ ਨੂੰ ਲੁੱਟਣ ਤੋਂ ਪਹਿਲਾਂ ਮੈਂ ਕਿਤੇ ਇੱਕ ਵਾਰੀ ਫਿਰ ਜਿਹੜਾ ਹੈ ਇਹਨਾਂ ਸਿੰਘਾਂ ਨੂੰ ਜਿਹੜਾ ਹੈ ਨੁਸਖੋ ਨਵੇਦ ਕਰ ਦਵਾਂ। ਤੇ ਜਦੋਂ ਅਬਦਾਲੀ ਦਾ ਆਉਣਾ ਡਰਪੋਕਾਂ ਨੇ ਸੁਣਿਆ, ਜਿਹੜੇ ਬੱਚੇ ਸਨ, ਬਜ਼ੁਰਗ ਸਨ, ਮਾਤਾਵਾਂ ਸਨ, ਉਹ ਤਾਂ ਪਹਿਲਾਂ ਵਹੀਰ ਨੂੰ ਇੱਕ ਸਾਈਡ ਤੇ ਕਰ ਦਿੱਤਾ ਸੀ ਬਾਬਾ ਜੀ ਹੁਣਾਂ ਨੇ। ਪਰ ਹੁਣ ਜਿਹੜੇ ਕੁਝ ਡਰਪੋਕ ਸਨ, ਜਿਨ੍ਹਾਂ ਦੇ ਦਿਲ ਚੂਹੇ ਵਰਗੇ ਸਨ, ਹੁਣ ਉਹ ਉਹਨਾਂ ਨੇ ਸੁਣਿਆ ਆਉਣਾ, ਕਿਉਂਕਿ ਉਹਨਾਂ ਨੂੰ ਤਾਂ ਬਸ ਇਦਾਂ ਹੁੰਦਾ ਸੀ ਤੇ ਉਹ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੀ ਦਾ। ਉਹਨਾਂ ਦੇ ਮਨ ਦੇ ਵਿੱਚ ਬਸ ਇਹੀ ਸੀ ਕਿ ਅਬਦਾਲੀ ਆ ਗਿਆ ਤੇ ਹੁਣ ਰਹਿਣਾ ਫਿਰ ਕੁਝ ਨਹੀਂ। ਇਸ ਕਰਕੇ ਉਹ ਡਰਪੋਕ ਜਿਹੜੇ ਸਨ ਆਪਣੀਆਂ ਜਾਨਾਂ ਬਚਾਉਣ ਦੇ ਖਾਤਰ ਉੱਥੋਂ ਨੱਸ ਤੁਰੇ। ਗੁਰਬਖਸ਼ ਸਿੰਘ ਸਗਵਾਂ ਤੌਰ ਦਏ ਤੇ ਆਪ ਹੀ ਬਾਬਾ ਗੁਰਬਖਸ਼ ਸਿੰਘ ਜੀ ਨੇ ਕਹਿ ਦਿੱਤਾ ਕਿ ਇਹਨਾਂ ਡਰਪੋਕਾਂ ਦਾ ਵੀ ਸਾਨੂੰ ਜਿਹੜਾ ਹੈ ਕੋਈ ਝੱਲ ਨਹੀਂ। ਆਪਾਂ ਡਰਪੋਕਾਂ ਨੂੰ ਕੀ ਕਰਨਾ ਹੈ? ਜਾਓ ਜਾਓ, ਨੱਸ ਜਾਓ। ਤੁਹਾਡੇ ਵਰਗੇ ਡਰਪੋਕ ਬੰਦੇ ਸਾਨੂੰ ਨਹੀਂ ਚਾਹੀਦੇ। ਤੇ ਜਿਨ੍ਹਾਂ ਦੇ ਵਿੱਚ ਧੰਨ ਗੁਰੂ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਪਏ ਨੇ ਕਿ ਹੁਣ ਜਿਹੜੇ ਭੁਜੰਗੀ ਸਿੰਘ ਬੜੇ ਸੂਰਮੇ ਸਨ ਜੀ, ਹੁਣ ਸ਼ਹੀਦ ਕਿਛ ਰਹਿ ਸਿੰਘ ਨਾਲ, ਉਹ ਸਿੰਘ ਸ਼ਹੀਦ ਹੋਣ ਵਾਸਤੇ ਬਾਬਾ ਜੀ ਦੇ ਨਾਲ ਰਹਿ ਪਏ ਹਨ ਜੀ। ਉਹਨਾਂ ਸਿੰਘਾਂ ਦਾ ਬਾਣਾ ਦੇਖੋ ਕਿਸ ਤਰ੍ਹਾਂ ਦਾ ਪਾਇਆ ਹੋਇਆ ਹੈ। ਉਸ ਸਮੇਂ ਕਿਸੇ ਨੇ ਨੀਲੇ ਚੋਲੇ ਪਾਏ ਹਨ, ਕਿਸੇ ਨੇ ਚਿੱਟੇ ਰੰਗ ਦੇ ਚੋਲੇ ਤੇ ਕਿਸੇ ਨੇ ਕੇਸਰੀ ਰੰਗ ਦੇ ਸੁਰਮਈ ਚੋਲੇ ਪਾਏ ਹਨ ਜੀ। ਸ੍ਰੀ ਅਕਾਲ ਤਖਤ ਸਾਹਿਬ ਜੋ ਦਰਬਾਰ ਸਾਹਿਬ ਜੀ ਦੇ ਸਾਹਮਣੇ ਹੈ ਜੀ। ਸਿੰਘਾਂ ਨੇ ਸ਼ਹੀਦੀ ਦੇਗੇ ਜਿਹੜੇ ਨੇ ਛਕਣੇ ਕੀਤੇ ਤੇ ਆਪ ਫਿਰ ਜਿਹੜੇ ਨੇ ਉਹ ਤਿਆਰ ਬਰ ਤਿਆਰ ਹੋਣ ਲੱਗੇ। ਹੁਣ ਸ਼ਹੀਦ ਤੋਂ ਪਰਹਿਤ ਕਾਜ, ਸ਼ਹੀਦ ਹੋਣ ਦੇ ਕਾਜ ਨੂੰ ਸਿਰ ਮੋਹਰ ਜਾਣਦਿਆਂ ਹੋਇਆਂ ਤਿਆਰੀ ਕਰਦੇ ਹਨ। ਪਹਿਰੇ ਸ਼ਸਤਰ ਇਹਨੇ ਸਜਾਇਓ ਸਾਜ, ਤੇ ਉਹਨਾਂ ਨੇ ਆਪਣੇ ਅੰਗਾਂ ਦੇ ਉੱਤੇ ਜਿਹੜੇ ਨੇ ਸ਼ਸਤਰ ਸਜਾਉਣੇ ਕੀਤੇ ਬਾਬਾ ਜੀ ਹੁਣਾਂ ਨੇ। ਦੋਹਰਾ ਬਸਤਰ ਸ਼ਸਤਰ ਪਹਿਰ ਸਿੰਘ ਭਏ ਜਬੈ ਸਵਧਾਨ। ਆਂਦੇ ਜਦੋਂ ਸਿੰਘਾਂ ਨੇ ਵਸਤਰ ਪਹਿਨ ਲਏ, ਵਸਤਰਾਂ ਦੇ ਉੱਪਰ ਸ਼ਸਤਰ ਸਜਾ ਲਏ ਤੇ ਸਾਵਧਾਨ ਹੋ ਗਏ ਹਨ ਜੀ। ਗੁਰੂ ਗ੍ਰੰਥ ਬਾਣੀ ਪੜ੍ਹੀ ਗੁਰੂ ਨਾਨਕ ਭਗਤ ਧਿਆਨ। ਉਹਨਾਂ ਨੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਕੀ ਸੰਗਤ ਜੀ ਜਿਹੜੀ ਹੈ ਆਪਣਾ ਨਿਤਨੇਮ ਕੀਤਾ। ਫਿਰ ਦਸਮ ਗ੍ਰੰਥ ਦੀ ਆਂਦੇ ਬਾਣੀ ਵੀ ਪੜ੍ਹੀ ਗਈ। ਚੌਪਈ ਪੰਜ ਪੌੜੀ ਸਿਗ ਆਨੰਦ ਪੜਿਓ। ਤੇ ਨਿਤਨੇਮ ਦੀ ਸਮਾਪਤੀ ਹੋਣ ਲੱਗੀ ਉਪਰੰਤ ਜਿਹੜਾ ਹੈ ਪੰਜ ਪੌੜੀਆਂ ਆਨੰਦ ਸਾਹਿਬ ਪੜਿਆ ਗਿਆ ਜੀ। ਗੁਰੂ ਗਣੇਸ਼ ਦੇਵ ਗ੍ਰੰਥ ਬੁਝਾਇਓ। ਜਿਸ ਤਰ੍ਹਾਂ ਹਿੰਦੂ ਮਾਤਰ ਦੇ ਅੰਦਰ ਤੁਸੀਂ ਦੇਖਦੇ ਹੋ ਵਿਆਹ ਸ਼ਾਦੀ ਹੋਵੇ ਨਾ ਉਹਨਾਂ ਦੇ ਪ੍ਰਕਰਨ ਦੇ ਵਿੱਚ, ਤੇ ਉਦੋਂ ਗਣੇਸ਼ ਜੀ ਦੀ ਪੂਜਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਇਹ ਹਿੰਦੂ ਮਿਥਿਲਿਓਜੀ ਹੈ, ਹਿੰਦੂ ਮਤ ਦਾ ਹੈ ਪ੍ਰਕਰਨ ਇੱਥੇ ਦਿੱਤਾ। ਉਸੇ ਤਰ੍ਹਾਂ ਆਂਦੇ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਹਨ, ਨਾਲ ਜਿਹੜੇ ਸਿੰਘ ਹਨ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਕਾਸ਼ ਕਰਦੇ ਹਨ ਤੇ ਪੜ੍ਹਦੇ ਹਨ ਜੀ। ਵਿਆਹੇ ਵਾਂਗ ਕੀਓ ਜਗਦੇ ਉਚਾਹੇ, ਵਿਆਹੇ ਵਾਂਗ ਕੀਓ ਜਗਦੇ ਉਚਾਹੇ। ਜਿਸ ਤਰ੍ਹਾਂ ਗੁਰੂ ਕੀ ਸੰਗਤ ਜੀ ਵਿਆਹ ਦੇ ਵਿੱਚ ਨਾ ਉਤਸ਼ਾਹ ਹੁੰਦਾ ਹੈ, ਭਾਵ ਇੱਕ ਚਾਅ ਹੁੰਦਾ ਹੈ, ਬੜਾ ਆਨੰਦ ਹੁੰਦਾ ਹੈ ਵਿਆਹ ਦਾ। ਕਿਸੇ ਦੀ ਧੀ ਦਾ ਹੋਵੇ, ਕਿਸੇ ਦੇ ਪੁੱਤਰ ਦਾ ਹੋਵੇ, ਤੇ ਉੱਥੇ ਆਨੰਦ ਮੰਗਲ ਬੜੇ ਕੀਤੇ ਜਾਂਦੇ ਨੇ। ਅੱਜ ਮੌਤ ਲਾੜੀ ਨੂੰ ਵਿਆਹੁਣ ਵਾਸਤੇ ਜਿਹੜੇ ਨੇ ਬਾਬਾ ਗੁਰਬਖਸ਼ ਸਿੰਘ ਜੀ ਤੇ ਕੁਝ ਸਿੰਘ ਜਿਹੜੇ ਨੇ ਉਹ ਤੁਰਨ ਲੱਗੇ। ਤੇ ਤੁਰਨ ਤੋਂ ਪਹਿਲਾਂ ਉਹਨਾਂ ਨੇ ਪੂਰਾ ਜਿਹੜਾ ਹੈ ਨਾ ਆਪਣਾ ਜਾਲੋ ਜਲਾਲ ਇੱਕ ਵਿਆਹ ਰੂਪੀ ਲਾੜੇ ਵਾਂਗ, ਇੱਕ ਸ਼ਰਬਾਲੇ ਵਾਂਗ, ਇੱਕ ਜਾਂਜੀਆਂ ਵਾਂਗ ਜਿਹੜਾ ਨੇ ਉਹ ਬਣਾਉਣ ਲੱਗੇ ਹਨ ਜੀ। ਸਿੰਗਲ ਬਹਾਏ ਖੁਲਾਇਓ ਕੜਾਹਾ। ਤੇ ਵਿਆਹ ਦੇ ਵਿੱਚ ਬੜੀਆਂ ਮਠਿਆਈਆਂ ਵੀ ਵਰਤਦੀਆਂ ਨੇ। ਇੱਥੇ ਕੀ ਬਣਿਆ? ਇੱਥੇ ਕੜਾਹ ਪ੍ਰਸ਼ਾਦ ਬਣਿਆ। ਖੁੱਲਾ ਕੜਾਹ ਪ੍ਰਸ਼ਾਦ ਜਿਹੜਾ ਹੈ ਉਹ ਬਣਾ ਕਰਕੇ ਸਿੰਘਾਂ ਨੂੰ ਵਰਤਾਇਆ ਗਿਆ ਜੀ। ਅੰਦਰ ਅਮੀਰ ਸਿੰਘ ਅੰਗ ਹਲਾਵੇ। ਬਾਬਾ ਗੁਰਬਖਸ਼ ਸਿੰਘ ਜੀ ਹੁਣਾਂ ਨੇ ਆਪਣੇ ਸਰੀਰ ਦੇ ਉੱਤੇ ਜਿਹੜੇ ਨੇ ਸੁਗੰਧੀਆਂ ਭਰਪੂਰ ਅਤਰ ਜਿਹੜੇ ਨੇ ਉਹ ਛਿੜਕਣੇ ਕੀਤੇ ਹਨ ਜੀ। ਜਿਸ ਵਿੱਚ ਵਟਨੇ ਲਾਵੇ। ਆਂਦੇ ਜਿਸ ਤਰ੍ਹਾਂ ਵਟਣਾ ਨਹੀਂ ਲਾਉਂਦੇ ਲਾੜੇ ਨੂੰ ਵਿਆਹ ਤੋਂ ਪਹਿਲਾਂ, ਕਹਿੰਦੇ ਨਾ ਬਾਈਏ ਪਾ ਦੇਣਾ ਹੈ,
ਧੀ ਹੋਵੇ ਜਾਂ ਪੁੱਤਰ ਹੋਵੇ ਉਹਨੂੰ ਮਾਹੀਏ ਪਾਉਣਾ ਕਹਿੰਦੇ ਨੇ, ਜਿਹਨੂੰ ਆਪਾਂ ਤੇਲ ਚਾੜਨਾ ਵੀ ਕਹਿੰਦੇ ਨੇ। ਮਾਝੇ ਦੀ ਬੋਲੀ ਦੇ ਵਿੱਚ ਜਦੋਂ ਚਲੇ ਜਾਓਗੇ ਉੱਥੇ ਕਹਿੰਦੇ ਤੇਲ ਚਾੜਨਾ। ਇੱਧਰ ਦੁਆਬੇ ਦੀ ਧਰਤੀ ਤੇ ਆ ਜਾਈਏ, ਇੱਥੇ ਕਹਿੰਦੇ ਨੇ ਮਾਹੀਏ ਪਾਉਣਾ ਜਾਂ ਵਟਨੇ ਲਾਉਣਾ। ਮਾਝੇ 'ਚ ਜ਼ਿਆਦਾ ਤੇਲ ਚਾੜਨਾ ਕਹਿੰਦੇ ਨੇ। ਆਂਦੇ ਜਿਸ ਤਰ੍ਹਾਂ ਵਿਆਹ ਦੇ ਵਿੱਚ ਕਿਸੇ ਨੂੰ ਵਟਣਾ ਲਾਉਂਦੇ ਹਨ ਸ਼ਬਦ ਪੜ੍ਹੈ ਸਿੰਘ ਸਾਜ ਵਜਾਵੇ, ਤੇ ਸਿੰਘ ਉਹ ਵਟਣਾ ਕਾਹਦਾ ਲਾਉਂਦੇ ਨੇ? ਗੁਰਬਾਣੀ ਪੜ੍ਹਦੇ ਨੇ ਤੇ ਨਾਲ ਜਿਹੜੇ ਨੇ ਸਾਜ਼ਾਂ ਦਾ ਵਟਣਾ ਲਾ ਰਹੇ ਹਨ। ਵਾਂਗ ਸੁਹਾਗਣ ਘੋੜੇ ਨਚਾਵੇ, ਤੇ ਜਿੱਦਾਂ ਸੁਹਾਗਣਾਂ ਦੇ ਜਿਹੜੇ ਨੇ ਘੋੜੀਆਂ ਗਵਾਈਆਂ ਜਾਂਦੀਆਂ ਨੇ। ਮੁੰਡੇ ਦਾ ਵਿਆਹ ਹੋਵੇ ਤੇ ਵਿਆਹ ਵਾਲੇ ਘਰ ਦੇ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਨੇ। ਕੁੜੀ ਦਾ ਵਿਆਹ ਹੋਵੇ ਤੇ ਆਮ ਪੰਜਾਬੀ ਕਲਚਰ ਹੈ ਪੰਜਾਬ ਦਾ ਕਿ ਉੱਥੇ ਜਿਹੜੇ ਸੁਹਾਗ ਪੜ੍ਹੇ ਜਾਂਦੇ ਨੇ। ਤੇ ਇੱਥੇ ਬਾਬਾ ਜੀ ਜਦੋਂ ਮੋੜੀ ਵਾਹਿਗੁਰੂ ਮੌਤ ਲਾੜੀ ਨੂੰ ਵਿਆਹੁਣ ਚੱਲੇ ਨਾ ਤੇ ਇੱਥੇ ਘੋੜੀਆਂ ਗਾਈਆਂ ਗਈਆਂ। ਤੇ ਹੁਣ ਉਹ ਘੋੜੀਆਂ ਕਿਹੜੀਆਂ ਗਾਈਆਂ ਗਈਆਂ? ਇੱਕ ਪ੍ਰਕਰਨ ਚੱਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ। ਪਹਿਲਾਂ ਘੋੜੀਆਂ ਅਲਫਾਜ਼ ਆਏਗਾ, ਉਹ ਬਾਣੀ ਚੱਲੇਗੀ ਤੇ ਉਹਦੇ ਮਗਰ ਹੀ ਅਲਾਣੀਆਂ ਨੇ। ਭਾਈ ਤੂੰ ਖੁਸ਼ ਨਾ ਹੋਵੀ, ਘੋੜੀਆਂ ਤੋਂ ਬਾਅਦ ਅਲਾਣੀਆਂ ਵੀ ਗਾਉਣੀਆਂ ਪੈਣੀਆਂ ਨੇ। ਅੱਜ ਜੇ ਘੋੜੀ ਚੜਿਆ ਏ ਤੇ ਕੱਲ ਨੂੰ ਕੀਰਨੇ ਵੀ ਪੈਣਗੇ ਤੇਰੇ ਜਾਣ ਤੋਂ ਬਾਅਦ। ਪਹਿਲਾਂ ਬਾਬੇ ਨੇ ਆਨੰਦ ਸਾਹਿਬ ਦੇ ਦਿੱਤਾ, ਤੂੰ ਮੰਗਲ ਦੇ ਵਿੱਚ ਰਹਿ, ਤੇ ਉਹਦੇ ਪਿੱਛੇ ਹੀ ਬਾਬੇ ਨੇ ਸੱਦ ਦੀ ਬਾਣੀ ਜਿਹੜੀ ਹੈ ਉਹ ਲਿਖ ਦਿੱਤੀ। ਕਿਤੇ ਕੱਲਾ ਆਨੰਦ ਦੇ ਵਿੱਚ ਨਾ ਤੁਰਿਆ ਫਿਰੀ। ਜਿੱਦਣ ਰੱਬ ਦੇ ਘਰ ਦੇ ਵਿੱਚੋਂ ਸੱਦਾ ਆ ਗਿਆ ਉਦਣ ਇਹ ਸੱਦ ਪੜਿਆ ਜਾਣਾ ਏ। ਤੇ ਸੱਦ ਤੋਂ ਬਾਅਦ ਰੱਬ ਦਾ ਸ਼ੁਕਰ ਕਰੀ ਕਿ ਤੈਨੂੰ ਮਨੁੱਖਾ ਜੀਵਨ ਮਿਲਿਆ। ਤੇ ਤੁਸੀਂ ਦੇਖੋ ਗੁਰੂ ਕੀ ਸੰਗਤ ਜੀ, ਜੇ ਖੁਸ਼ੀ ਦੇ ਵੇਲੇ ਆਨੰਦ ਪੜਿਆ ਜਾਂਦਾ ਹੈ ਤੇ ਕੋਈ ਗਮੀ ਦਾ ਇਹੋ ਜਿਹਾ ਕਾਰਜ ਨਹੀਂ ਸਿੱਖਾਂ ਦਾ ਜਿੱਥੇ ਆਨੰਦ ਪੜਨ ਤੋਂ ਬਗੈਰ ਜਿਹੜੀ ਹੈ ਉੱਥੇ ਸਮਾਪਤੀ ਹੋ ਜਾਵੇ। ਏਦਾਂ ਕਹਿਣ ਲੱਗੇ ਇੱਥੇ ਕਿ ਉਹ ਸੁਹਾਗਨ ਰੂਪ ਘੋੜੀਆਂ ਬਾਣੀ ਦੀਆਂ ਗਾਉਂਦੇ ਹਨ ਜੀ। ਉਹਨਾਂ ਸਿੰਘਾਂ ਨੇ ਫਿਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਆਂਦੇ ਫਿਰ ਇਸ਼ਨਾਨ ਕੀਤਾ ਹੈ ਜੀ। ਬਾਬਾ ਜੀ ਨੇ ਆਪਣਾ ਤਖਤ ਅਕਾਲ ਬੁੰਗੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਲਗਾਉਣਾ ਕੀਤਾ। ਸਿੰਘਾਂ ਨੇ ਨਵੀਆਂ ਪੁਸ਼ਾਕਾਂ ਪਹਿਨ ਲਈਆਂ ਸਨ। ਸਿੰਘ ਬੜੇ ਸ਼ੋਭ ਰਹੇ ਸਨ। ਜਿੱਦਾਂ ਬਰਾਤ ਦੇ ਵਿੱਚ ਬਰਾਤੀ ਸ਼ੋਭਦੇ ਹਨ, ਕਿਸੇ ਨੇ ਜਿਹੜਾ ਹੈ ਹੋਰ ਪ੍ਰਕਾਰ ਦਾ ਸੂਟ, ਕਿਸੇ ਨੇ ਹੋਰ ਪ੍ਰਕਾਰ ਦਾ ਪਾਇਆ ਹੋਵੇ ਤਾਂ ਆਪਾਂ ਇੱਕ ਦੂਜੇ ਦੇ ਸੂਟ ਹੀ ਵੇਖਦੇ ਰਹਿੰਦੇ। ਉਹਨੇ ਕਿੰਨਾ ਸੋਹਣਾ ਪਾਇਆ, ਉਹਨੇ ਕਿੰਨਾ ਸੋਹਣਾ ਪਾਇਆ। ਕਿਸੇ ਨੇ ਨੀਲੀ ਪੁਸ਼ਾਕ ਪਾਈ ਹੈ, ਕਿਸੇ ਨੇ ਚਿੱਟਾ ਚੋਲਾ ਪਾਇਆ ਹੈ, ਕਿਸੇ ਨੇ ਜਿਹੜਾ ਹੈ ਉਹ ਕੇਸਰੀ ਚੋਲਾ ਪਾਇਆ ਹੈ ਜੀ। ਬੜੇ ਸ਼ੋਭ ਰਹੇ ਨੇ ਬਰਾਤੀ। ਤੇ ਜਿਹੜੇ ਨੇ ਸਿੰਘਾਂ ਨੇ ਨਾਲ ਕਛਹਿਰੇ ਪਹਿਨੇ ਹੋਏ ਨੇ, ਉੱਪਰ ਚੋਲਾ ਪਾਇਆ ਹੋਇਆ ਹੈ ਜੀ। ਬਾਬਾ ਜੀ ਨੇ ਆਪਣੇ ਸੀਸ ਦੇ ਉੱਤੇ ਆਂਦਨੇ ਬੜਾ ਸੋਹਣਾ ਦੁਮਾਲਾ ਫੱਲੇ ਵਾਲਾ ਸਜਾ ਲਿਆ। ਸਿਰ ਤੇ ਦਮਾਲੇ ਦੇ ਉੱਪਰ ਚੱਕਰ ਸਜਾਉਂਦੇ ਹਨ ਤੇ ਨਾਲ ਜਿਹੜੇ ਨੇ ਨਾ ਇੱਕ ਪੇਚਦਾਰਨੀ ਜਿਹੜੀ ਹੈ ਉਹ ਬੰਨ੍ਹਦੇ ਹਨ ਜੀ। ਬਾਬਾ ਜੀ ਨੇ ਉਸ ਚੱਕਰਾਂ ਦੇ ਸਾਹਮਣੇ ਇੱਕ ਜਿਹੜੀ ਹੈ ਛੋਟੀ ਕਿਰਪਾਨ ਜਿਹੜੀ ਹੈ ਦਮਾਲੇ ਦੇ ਸਾਹਮਣੇ ਹੈ ਆ ਨੱਕ ਦੀ ਸੀਟ ਤੇ ਲਾਉਣੀ ਕੀਤੀ। ਤੇ ਆਂਦੇ ਜਿਹੜੀ ਉਹ ਕਿਰਪਾਨ ਲਾਉਣੀ ਕੀਤੀ ਹੈ ਜੀ। ਚੱਕਰਾਂ ਦੇ ਮੱਧ ਦੇ ਵਿੱਚ ਉਹ ਕਿਰਪਾਨ ਲਾਉਣੀ ਕੀਤੀ ਜੀ। ਉਹ ਕਿੱਦਾਂ ਸੋਭ ਰਹੀ ਹੈ ਕਿਰਪਾਨ? ਜਿੱਦਾਂ ਲਾੜੇ ਦੇ ਸਿਰ ਦੇ ਉੱਤੇ ਕਲਗੀ ਸੋਭਦੀ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੋਤ ਲਾੜੀ ਨੂੰ ਵਿਆਹੁਣ ਚੱਲਾ ਹੈ ਬਾਬਾ ਗੁਰਬਖਸ਼ ਸਿੰਘ ਨਿਹੰਗ। ਚਿਤਰਨ ਦੇ ਰਹੇ ਨੇ ਇੱਥੇ ਆਮ ਵਿਆਹ ਦੀਆਂ ਕਹਾਣੀਆਂ ਦਾ। ਗੁਰੂ ਬਾਣੀ ਦੇ ਅੰਦਰ ਹੁਣੇ ਸੋਹਲਾ ਸਾਹਿਬ ਜੀ ਦੀ ਬਾਣੀ ਆਪ ਜੀ ਨੇ ਸਰਵਣ ਕਰਨੀ ਹੈ। ਪਹਿਲਾ ਹੀ ਸ਼ਬਦ ਉਹਦੇ ਵਿੱਚ ਵਿਆਹ ਦਾ ਹੀ ਚਿਤਰਨ ਦਿੱਤਾ ਹੈ, ਪਰ ਗੱਲ ਬਾਬੇ ਨੇ ਮੌਤ ਦੀ ਦਿੱਤੀ ਹੋਈ ਹੈ। ਇੱਥੇ ਵੀ ਸਾਹਿਬ ਜੀ ਆਖਦੇ ਪਏ ਨੇ, ਇਹ ਭਾਈ ਦੇਖੋ ਉਹ ਜਿਹੜਾ ਤੀਰ ਲਾਇਆ ਹੈ ਮੱਥੇ ਤੇ ਸਾਹਮਣੇ ਦੁਮਾਲੇ ਨੂੰ ਇਦਾਂ ਸੋਭਦਾ ਹੈ ਜਿੱਦਾਂ ਲਾੜੇ ਦੇ ਸਿਰ ਦੇ ਉੱਤੇ ਕਲਗੀ ਸੋਭਦੀ ਹੈ ਜੀ। ਤੇ ਉਸ ਸਮੇਂ ਕੀ ਹੋਇਆ? ਦਰਬਾਰ ਸਾਹਿਬ ਜੀ ਦੇ ਅੰਦਰੋਂ ਇੱਕ ਸਿੰਘ ਜਿਹੜਾ ਹੈ ਨਾ ਉਹ ਸ਼ੇਰਾ ਫੜ ਕੇ ਲਿਆਇਆ। ਹੁਣ ਸ਼ੇਰਾ ਕਹਿੰਦੇ ਨੇ ਫੁੱਲਾਂ ਦੇ ਹਾਰ ਨੂੰ। ਤੁਸੀਂ ਅੱਜ ਵੀ ਦੇਖੋ ਜਦੋਂ ਕੋਈ ਗੁਰਪੁਰਬ ਹੁੰਦਾ ਹੈ ਉਹਨਾਂ ਸਮਿਆਂ ਦੇ ਅੰਦਰ ਸਿੰਘਾਂ ਦੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਜਾਂਦੇ ਨੇ। ਉਹ ਭਾਵੇਂ ਕੀਰਤਨੀਏ ਹੋਣ, ਉਹ ਭਾਵੇਂ ਦਰਬਾਰ ਸਾਹਿਬ ਜੀ ਦੀ ਤਾਬਿਆ ਬੈਠਾ ਗ੍ਰੰਥੀ ਸਿੰਘ ਹੋਵੇ, ਉੱਥੇ ਨਾਲ ਹੋਰ ਜਿਹੜੇ ਟਹਿਲੂਏ ਸਿੱਖ ਹੁੰਦੇ ਨੇ ਉਹਨਾਂ ਨੂੰ ਉਹਨਾਂ ਸ਼ੇਰਿਆਂ ਨੂੰ ਉਹਨੂੰ ਕਹਿੰਦੇ ਨੇ ਸ਼ੇਰੇ।
ਹੋਰ ਆਮ ਸ਼ੇਰੇ ਨੇ ਜਿਹੜੇ ਵਿਆਹ ਵਾਲੇ ਲਾੜੇ ਦੇ ਸਿਰ ਤੇ ਲਾਏ ਜਾਂਦੇ, ਉਹ ਫੁੱਲਾਂ ਦੇ ਸ਼ੇਰੇ ਕਹੇ ਜਾਂਦੇ ਨੇ, ਉਹ ਹਾਰ ਗਲਾਂ 'ਚ ਪਾਏ ਜਾਂਦੇ ਨੇ। ਇੱਥੋਂ ਆਂਦੇ ਦਰਬਾਰ ਸਾਹਿਬ ਜੀ ਦੇ ਵਿੱਚੋਂ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਅਕਾਲੀ ਜੀ ਜਿਹੜੇ ਨੇ ਤਿਆਰ ਬਰ ਤਿਆਰ ਹੋ ਗਏ ਨੇ, ਉਹਨਾਂ ਨੇ ਬਾਅਦ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚੋਂ ਉਹ ਫੁੱਲਾਂ ਦਾ ਸ਼ੇਰਾ ਲਿਆ ਤੇ ਜਾ ਕਰਕੇ ਜਿਹੜਾ ਹੈ ਅਕਾਲੀ ਜੀ ਦੇ ਹੱਥਾਂ ਦੇ ਵਿੱਚ ਜਿਹੜਾ ਹੈ ਦੇਣਾ ਕੀਤਾ ਹੈ ਜੀ। ਹਮ ਅਬ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸੋ ਪ੍ਰੀਤ ਲਗਾਈ, ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਉਹ ਸ਼ੇਰਾ ਫੜਿਆ ਆਪਣੇ ਹੱਥਾਂ ਦੇ ਵਿੱਚ, ਆਪਣੇ ਮੱਥੇ ਨੂੰ ਲਾਇਆ, ਅਰਦਾਸ ਕੀਤੀ ਬਾਬਾ ਗੁਰਬਖਸ਼ ਸਿੰਘ ਜੀ ਹੁਣਾਂ ਨੇ, ਹੇ ਧੰਨ ਗੁਰੂ ਰਾਮਦਾਸ ਸੋਢੀ ਕੁਲ ਦੇ ਸਭ ਨੀਕ ਪਿਆਰੇ, ਮੇਰੀ ਤੇਰੇ ਚਰਨਾਂ ਦੇ ਵਿੱਚ ਜਿਹੜੀ ਹੈ ਉਹ ਅਰਦਾਸ ਹੈ ਜੀ। ਤੇ ਉਸ ਸਮੇਂ ਜਿਹੜਾ ਹੱਥ ਦੇ ਵਿੱਚ ਉਹਨਾਂ ਨੇ ਕੜਾ ਪਹਿਨਿਆ ਹੋਇਆ ਹੈ ਤੇ ਨਾਲ ਮੱਥੇ ਦੇ ਉੱਤੇ ਜਿਹੜਾ ਉਹ ਫੁੱਲਾਂ ਦਾ ਸ਼ੇਰਾ ਜਿਹੜਾ ਸੀ ਉਹ ਸੋਭ ਰਿਹਾ ਸੀ, ਤੇ ਜਿਹੜੀ ਤਲਵਾਰ ਹੈ ਬਾਬਾ ਜੀ ਨੇ ਮੋਢੇ ਤੇ ਰੱਖ ਲਈ। ਤੇ ਦੇਖੋ ਕਿੱਦਾਂ ਸ਼ੋਭਨੀਕ ਹੈ ਉਸ ਲਾੜੇ ਦੀ ਬੰਤਰ ਗੁਰ ਕੀ ਸੰਗਤ ਜੀ। ਜਿਸ ਤਰ੍ਹਾਂ ਆਮ ਲਾੜਾ ਤਿਆਰ ਹੁੰਦਾ ਹੈ ਉਹਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ। ਇੱਥੇ ਮੌਤ ਲਾੜੀ ਨੂੰ ਵਿਆਹੁਣ ਚੱਲਾ ਹੈ ਅਕਾਲੀ ਬਾਬਾ ਨਿਹੰਗ ਗੁਰੂ ਬਖਸ਼ ਸਿੰਘ ਜੀ ਆਂਦੇ। ਉਹਨਾਂ ਨੇ ਕੀ ਕੀਤਾ ਹੈ, ਸ਼ੇਰਾ ਮੱਥੇ ਦੇ ਉੱਤੇ ਸਜਾ ਲਿਆ ਹੈ, ਹੱਥ ਦੇ ਵਿੱਚ ਕੜੇ ਪਾਏ ਹੋਏ ਨੇ, ਕਿਰਪਾਨ ਮੋਢੇ ਤੇ ਚਾੜੀ ਹੋਈ ਹੈ ਤੇ ਅਕਾਲ ਬੁੰਗੇ ਤੋਂ ਜਿਹੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਥੱਲੇ ਹੌਲੀ ਹੌਲੀ ਉਤਰਨ ਲੱਗੇ ਹਨ ਜੀ। ਤੇ ਫਿਰ ਸਾਰੇ ਸਿੰਘਾਂ ਦੇ ਨਾਲ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਮੱਥਾ ਟੇਕਣ ਲਈ ਤੁਰੇ ਹਨ ਜੀ। ਕਈ ਸਿੰਘਾਂ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਨਮਸਕਾਰ ਕੀਤੀ ਹੈ ਤੇ ਨਾਲ ਜੋਟੀਆਂ ਦੇ ਰੂਪ ਦੇ ਵਿੱਚ ਸਿੰਘ ਸ਼ਬਦ ਪੜ੍ਹਦੇ ਜਾ ਰਹੇ ਹਨ ਜੀ। ਜਿਸ ਤਰ੍ਹਾਂ ਵਿਆਹ ਦੇ ਲਾੜੇ ਵਾਸਤੇ ਬੜੇ ਹੀ ਗੀਤ ਗਾਏ ਜਾਂਦੇ ਨੇ, ਇਸ ਤਰ੍ਹਾਂ ਮੌਤ ਲਾੜੀ ਨੂੰ ਵਿਆਹੁਣ ਵਾਸਤੇ ਬਾਬਾ ਗੁਰਬਖਸ਼ ਸਿੰਘ ਜੀ ਲਾੜਾ ਬਣ ਗਏ ਤੇ ਉਹਨਾਂ ਦੇ ਚਾਅ ਦੇ ਵਿੱਚ, ਇਸ ਬਰਾਤ ਨੂੰ ਤੋਰਨ ਦੇ ਚਾਅ ਦੇ ਵਿੱਚ ਸਿੰਘ ਜਿਹੜੇ ਨੇ ਮੰਗਲ ਰੂਪ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਬਾਣੀ ਦੇ ਸ਼ਬਦ ਪੜ੍ਹ ਰਹੇ ਹਨ ਜੀ। ਤੇ ਇਸ ਬਰਾਤ ਦੇ ਮੋਹਰੇ ਕੌਣ ਹੈ? ਇਸ ਬਰਾਤ ਦੇ ਮੋਹਰੇ ਹੈ ਇੱਕ ਨਿਸ਼ਾਨ ਜੀ, ਜਿਹਨੇ ਨਿਸ਼ਾਨ ਸਾਹਿਬ ਫੜਿਆ ਹੈ ਜੀ। ਤੇ ਨਾਲ ਨਾਲ ਨਗਾਰੇ ਜਿਹੜੇ ਨੇ ਵੱਜਦੇ ਜਾ ਰਹੇ ਹਨ ਜੀ। ਤੇ ਬਾਬਾ ਜੀ ਨੇ ਫਿਰ ਜਿਹੜਾ ਹੈ ਨਾ ਆਪਣੇ ਖੀਸੇ ਦੇ ਵਿੱਚੋਂ ਕੁਝ ਪੈਸੇ ਕੱਢੇ ਤੇ ਪੈਸੇ ਕੱਢ ਕੇ ਜਿਹੜੇ ਨੇ ਨਾ ਉਹ ਦਾਨ ਕਰਨ ਲੱਗੇ। ਤੇ ਆਮ ਇਹ ਜਿਹੜੀ ਸੀ ਕਹਾਵਤ ਜਿਹੜੀ ਸੀ ਪ੍ਰਚਲਿਤ ਸੀ ਉਹਨਾਂ ਸਮਿਆਂ ਦੇ ਅੰਦਰ ਵੀ ਕਿ ਜਦੋਂ ਲਾੜਾ ਜਿਹੜਾ ਸੀ ਨਾ ਘੋੜੀ ਚੜ੍ਹਦਾ ਸੀ ਨਾ ਉਦੋਂ ਕੁਝ ਜਿਹੜਾ ਸੀ ਉਹ ਦਿੰਦਾ ਸੀ ਆਪਣੇ ਵੱਜੋਂ। ਤੇ ਇਹ ਦਾਨ ਜਿਹੜਾ ਹੈ ਅੱਜ ਬਾਬਾ ਗੁਰਬਖਸ਼ ਸਿੰਘ ਜੀ ਸਿੰਘਾਂ ਦੀ ਝੋਲੀ ਦੇ ਵਿੱਚ ਪਾ ਰਹੇ ਨੇ। ਸਿੰਘ ਕਹਿੰਦੇ ਨਹੀਂ ਬਾਬਾ ਜੀ ਆਪਾਂ ਵੀ ਤਾਂ ਤੁਹਾਡੇ ਨਾਲ ਹੀ ਜਾਣਾ, ਆਪਾਂ ਵੀ ਤੇ ਮੌਤ ਲਾੜੀ ਨੂੰ ਵਿਆਹੁਣਾ ਹੀ ਹੈ, ਤੁਸੀਂ ਲਾੜੇ ਬਣ ਕੇ ਵਿਆਹੁਣਾ, ਅਸੀਂ ਸਰਬਾਲੇ ਬਣ ਕੇ ਵਿਆਹੁਣਾ, ਫਿਰ ਦਾਨ ਕਾਹਦਾ? ਤੇ ਬਾਬਾ ਜੀ ਫਿਰ ਵੀ ਪਿਆਰ ਦੇ ਨਾਲ ਕੁਝ ਨਾ ਕੁਝ ਦੇਈ ਜਾ ਰਹੇ ਹਨ ਜੀ। ਇਹ ਕਦੋਂ ਹੁੰਦਾ ਸੀ? ਜਦੋਂ ਜੰਝ ਚੜ੍ਹਦੀ ਸੀ ਤੇ ਜੰਝ ਦੇ ਕੋਲੋਂ ਲਾਗ ਦਵਾਏ ਜਾਂਦੇ ਸਨ। ਗੁਰੂ ਕੀ ਸੰਗਤ ਜੀ ਉਹਨਾਂ ਸਮਿਆਂ ਦੇ ਅੰਦਰ ਕੁਝ ਮਨਮਤ ਵੀ ਚੱਲਦੀ ਸੀ ਕਿ ਕਈ ਵਾਰ ਬਰਾਤ ਇਸ ਤਰ੍ਹਾਂ ਚੜ੍ਹਦੀ ਸੀ ਕਿ ਜੰਡਾਂ ਨੂੰ ਪੂਜ ਕੇ ਚੜ੍ਹਦੀ ਸੀ। ਅੱਜ ਵੀ ਪਿਛੋਕੜੇ ਇਲਾਕਿਆਂ ਦੇ ਵਿੱਚ ਜਿੱਥੇ ਵਹਿਮ ਭਰਮ ਅੱਜ ਤੱਕ ਨਹੀਂ ਗਏ, ਸ਼ਾਇਦ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਕੁਝ ਇਹੋ ਜਿਹੇ ਵੀ ਲੋਕ ਹੋਣ ਜਿਹੜੇ ਭਰਮਾਂ ਦੇ ਵਿੱਚ ਅੱਜ ਵੀ ਪਏ ਨੇ। ਪਰ ਗੁਰਬਾਣੀ ਤੋਂ ਵੱਡਾ ਕਹਿ ਲਈਏ ਕੋਈ ਜੰਡ ਹੀ ਨਹੀਂ ਹੈਗਾ, ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਇਸ ਤੋਂ ਵੱਡਾ ਪੀਰ ਵੀ ਹੈ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਜਾਹਰ ਪੀਰ ਜਗਤ ਗੁਰੂ ਬਾਬਾ, ਇਹ ਬਾਣੀ ਹੀ ਬਾਬਾ ਹੈ ਜਾਹਰ ਪੀਰ ਦਾ, ਗੁਰੂ ਨਾਨਕ ਹੀ ਬਾਬਾ ਹੈ ਜਾਹਰ ਪੀਰ। ਇਸ ਕਰਕੇ ਇੱਥੇ ਇੱਕ ਵਿਅੰਗਮਈ ਜਿਹੜਾ ਹੈ ਦ੍ਰਿਸ਼ਟਾਂਤ ਦਿੰਦਿਆਂ ਹੋਇਆਂ ਕਵੀ ਰਾਜ ਜੀ ਕਹਿ ਰਹੇ ਨੇ
ਜਿੱਦਾਂ ਪੁਰਾਣੇ ਸਮਿਆਂ ਦੇ ਅੰਦਰ ਕੋਈ ਜੰਡ ਨੂੰ ਪੂਜ ਕੇ ਬਰਾਤ ਚੜਾਉਂਦਾ ਸੀ, ਦੇਖੋ ਉਹ ਗੁਰੂ ਦਾ ਲਾਲ ਅੱਜ ਸ੍ਰੀ ਦਰਬਾਰ ਸਾਹਿਬ ਸੋਢੀ ਸੁਲਤਾਨ ਦੇ ਦਰਬਾਰ ਦੇ ਅੰਦਰ ਉਹਨੂੰ ਮੱਥਾ ਟੇਕ ਕੇ ਆਪਣੀ ਜੰਜ ਜਿਹੜੀ ਹੈ ਉਹ ਤੋਰੇਗਾ ਜੀ। ਤੇ ਫਿਰ ਵੀ ਨਾਲ ਨਾਲ ਦਾਨ ਜਿਹੜੇ ਨੇ ਵੰਡਦੇ ਜਾ ਰਹੇ ਹਨ ਜੀ। ਤੇ ਆਂਦੇ ਜਦੋਂ ਆ ਕੇ ਦਰਸ਼ਨੀ ਦਿਓੜੀ, ਜਦੋਂ ਆ ਗਿਆ ਦਰਸ਼ਨੀ ਦਰਵਾਜ਼ਾ ਜੀ, ਤੇ ਉੱਥੇ ਬਾਬਾ ਗੁਰਬਖਸ਼ ਸਿੰਘ ਜੀ ਨੇ ਉਸ ਦਰਸ਼ਨੀ ਤੇ ਬਾਬਾ ਜੀ ਨੇ ਆਪਣਾ ਸਿਰ ਜਿਹੜਾ ਹੈ ਉਸ ਦਰਸ਼ਨੀ ਦਿਓੜੀ ਦੀਆਂ ਦਹਲੀਜ਼ਾਂ ਨੂੰ ਲਾ ਕਰਕੇ ਦੂਰੋਂ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਨੂੰ ਜਿਹੜਾ ਹੈ ਮੱਥਾ ਟੇਕਣਾ ਕੀਤਾ ਹੈ ਜੀ। ਤੇ ਫਿਰ 84 ਕਦਮਾਂ ਦਾ ਪੁੱਲ ਲੰਘਦਿਆਂ ਹੋਇਆਂ ਦਰਬਾਰ ਦੇ ਸਨਮੁਖ ਜਿਹੜਾ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਸਨਮੁਖ ਹੋਣਾ ਕੀਤਾ ਹੈ ਜੀ। ਤੇ ਆਂਦੇ ਬਾਬਾ ਜੀ ਨੇ 4 ਪ੍ਰਦਖਣਾ ਭਾਵ 4 ਜਿਹੜੀਆਂ ਨੇ ਦਰਬਾਰ ਸਾਹਿਬ ਜੀ ਦੀਆਂ ਪਰਿਕਰਮਾ ਕੀਤੀਆਂ। ਜਿੱਥੇ ਪਿੱਛੇ ਹੜ ਕੀ ਪੌੜੀ ਹੈ ਉਥੋਂ ਚੂੜਾ ਲੈਣਾ ਕੀਤਾ ਹੈ ਜੀ। ਤੇ ਉੱਥੇ ਫਿਰ ਬਾਬਾ ਜੀ ਨੇ ਦਰਬਾਰ ਸਾਹਿਬ ਜੀ ਦੇ ਸਨਮੁਖ ਆ ਕਰਕੇ ਪਰਿਕਰਮਾ ਕਰਦਿਆਂ ਹੋਇਆਂ ਸੁਮਨ ਕਹਿੰਦੇ ਨੇ ਫੁੱਲਾਂ ਨੂੰ, ਫੁੱਲਾਂ ਦੀ ਜਿਹੜੀ ਹੈ ਨਾਲ ਨਾਲ ਵਰਖਾ ਕਰ ਰਹੇ ਹਨ ਜੀ। ਤੇ ਇਸ ਤਰ੍ਹਾਂ ਬਾਬਾ ਜੀ ਜਿਹੜੇ ਨੇ ਨਾ ਪਰਿਕਰਮਾ ਕਰਦਿਆਂ ਹੋਇਆਂ ਦਰਬਾਰ ਸਾਹਿਬ ਜੀ ਦੇ ਮੁੱਖ ਦਰਵਾਜ਼ੇ ਜਿੱਥੋਂ ਅਸੀਂ ਮੱਥਾ ਟੇਕਣ ਲਈ ਅੰਦਰ ਜਾਂਦੇ ਹਾਂ ਉੱਥੇ ਆ ਕੇ ਖੜੇ ਹੋ ਗਏ ਹਨ ਜੀ। ਹਰਮੰਦਰ ਦੇ ਹਜੂਰ ਹਿਮ ਖੜ ਕਰ ਕਰੀ ਅਰਦਾਸ। ਤੇ ਕੀ ਹੋਇਆ ਗੁਰੂ ਕੀ ਸੰਗਤ ਜੀ, ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਅਕਾਲੀ ਅੱਜ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਦੇ ਮੁੱਖ ਦਵਾਰ ਦੇ ਸਾਹਮਣੇ ਜਿਹੜੇ ਨੇ ਖੜੇ ਹੋਏ ਆ ਕੇ ਹੱਥ ਜੁੜ ਗਏ, ਪੱਲਾ ਜਿਹੜਾ ਹੈ ਗਲ ਦੇ ਵਿੱਚ ਪਾਇਆ ਹੋਇਆ ਹੈ ਤੇ ਧੰਨ ਗੁਰੂ ਰਾਮਦਾਸ ਦੀਆਂ ਭੱਟਾਂ ਦੀਆਂ ਕਈਆਂ ਹੋਈਆਂ ਸਿਫਤਾਂ ਨੂੰ ਉਹ ਚੇਤੇ ਕਰਨ ਲੱਗੇ। ਕਹਿਣ ਲੱਗੇ, हे ਗੁਰੂ ਰਾਮਦਾਸ ਤੂੰ ਧੰਨ ਹੈ, ਜਿਸ ਪਰਮਾਤਮਾ ਨੇ ਤੈਨੂੰ ਇਸ ਸੰਸਾਰ ਤੇ ਭੇਜਿਆ ਉਹਨੇ ਹੀ ਤੈਨੂੰ ਸਵਾਰਨਾ ਕੀਤਾ। हे ਧੰਨ ਗੁਰੂ ਰਾਮਦਾਸ ਸਿੱਖ ਤੇ ਸੰਗਤ ਜਿਹੜੀ ਹੈ ਉਹ ਤੈਨੂੰ ਰੱਬ ਦਾ ਰੂਪ ਜਾਣ ਕੇ ਜਿਹੜੀ ਹੈ ਮੱਥਾ ਟੇਕਦੀ ਹੈ। हे ਧੰਨ ਗੁਰੂ ਰਾਮਦਾਸ ਮਹਾਰਾਜ ਉਹ ਅਕਾਲ ਪੁਰਖ ਪਰਮਾਤਮਾ ਆਪ ਆਪਣਾ ਆਪਾ ਲੈ ਕਰਕੇ ਤੇਰੇ ਵਿੱਚ ਜਿਹੜਾ ਹੈ ਉਹ ਨਿਵਾਸ ਕਰਦਾ ਹੈ। हे ਧੰਨ ਗੁਰੂ ਰਾਮਦਾਸ ਤੇਰਾ ਅਥਾਹ ਨਹੀਂ ਪਾਇਆ ਜਾ ਸਕਦਾ, ਤੈਨੂੰ ਤੋਲਿਆ ਨਹੀਂ ਜਾ ਸਕਦਾ। ਤੂੰ ਉਸ ਸਮੁੰਦਰ ਦੀ ਗਹਿਰਾਈ ਵਾਂਗ ਹੈ ਜੋ ਇੱਕ ਗੋਤਾਖੋਰ ਵਿੱਚ ਤਾਂ ਚਲਾ ਜਾਵੇ ਤੇ ਜਿਉਂ-ਜਿਉਂ ਥੱਲੇ ਨੂੰ ਜਾਈ ਜਾਵੇਗਾ ਤਿਉਂ-ਤਿਉਂ ਤਲਾ ਜਿਹੜਾ ਹੈ ਉਹ ਥੱਲੇ ਨੂੰ ਜਾਈ ਜਾਂਦਾ, ਪਰ ਸਮੁੰਦਰ ਦੀ ਗਹਿਰਾਈ ਜਿਹੜਾ ਹੈ ਅੱਜ ਤੱਕ ਕੋਈ ਜਿਹੜਾ ਹੈ ਉਹ ਮਾਪ ਨਹੀਂ ਸਕਿਆ। ਤੇਰੇ ਗੁਣ ਇਹੋ ਜਿਹੇ ਨੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ, ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ। ਦੋਨੋਂ ਹੱਥ ਜੁੜੇ, ਗਲ ਦੇ ਵਿੱਚ ਪੱਲਾ ਪਾਇਆ ਤੇ ਇਹ ਅਰਦਾਸ ਬੇਨਤੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਵਿਹੜੇ ਦੇ ਸਾਹਮਣੇ ਸਨਮੁਖ ਹੋ ਕਰਕੇ ਕਰਨ ਲੱਗੇ ਹਨ ਜੀ। ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਸ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਕਿੰਨੀ ਕੇ ਵਾਰ ਦਰਬਾਰ ਸਾਹਿਬ ਗਏ ਹੋਵਾਂਗੇ, ਚਿੱਤ ਦੇ ਵਿੱਚ ਇਸ ਗੱਲ ਨੂੰ ਚੇਤੇ ਰੱਖਿਓ। ਤੇ ਕਿੰਨੀ ਕੇ ਵਾਰ ਜਾ ਕਰਕੇ ਉੱਥੇ ਆ ਜਿਹੜੀ ਅਰਦਾਸ ਅੱਜ ਬਾਬਾ ਗੁਰਬਖਸ਼ ਸਿੰਘ ਜੀ ਅਕਾਲੀ ਨਿਹੰਗ ਸ਼ਹੀਦ ਕਰ ਰਹੇ ਨੇ, ਇਹ ਕਿੰਨਿਆਂ ਕੇ ਨੇ ਉੱਥੇ ਕੀਤੀ ਹੋਵੇਗੀ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਗੱਡੀਆਂ, ਕੋਈ ਕਾਰਾਂ, ਕੋਈ ਜਾਇਦਾਦਾਂ, ਕੋਈ ਹਵਾਈ ਜਹਾਜ਼ ਦੇ ਝੂਟੇ ਮੰਗਦਾ, ਪਰ ਕੌਣ ਹੈ ਜਿਹੜਾ ਇਹੋ ਜਿਹਾ ਸੂਰਮਾ ਜਿਹੜਾ ਕਹਿੰਦਾ ਪਾਤਸ਼ਾਹ ਮੇਰਾ ਸਿਰ ਚਲਾ ਜਾਵੇ ਪਰ ਮੇਰੀ ਸਿੱਖੀ ਜਿਹੜੀ ਹੈ ਉਹ ਨਾ ਜਾਵੇ। ਆਹ ਸਿਰ ਜਿਹੜਾ ਹੈ ਤੇਰੇ ਕਦਮਾਂ 'ਚ ਰੱਖ ਦਿੱਤਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਕਹਿਣ ਲੱਗੇ ਬਾਬਾ ਜੀ ਸੀਸ ਕੇਸ਼ਨ ਕੇ ਸਾਸ ਸਤਿਗੁਰ ਸਿੱਖੀ ਸੰਗ ਨਿਭੈ। ਮੇਰੀ ਸਿੱਖੀ ਜਿਹੜੀ ਹੈ ਕੇਸਾਂ ਤੇ ਸਵਾਸਾਂ ਦੇ ਨਾਲ ਜਿਹੜੀ ਹੈ ਉਹ ਨਿਭ ਜਾਵੇ। ਤੇ ਅਰਦਾਸ ਦੇ ਉਹ ਅਲਫਾਜ਼
ਸਾਹਮਣੇ ਆ ਰਹੇ ਨੇ, ਜਿੱਥੇ ਆਪਾਂ ਕਹਿੰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਕੇਸਾਂ ਸਵਾਸਾਂ ਸੰਗ ਸਿੱਖੀ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਤੇ ਹੁਣ ਉਹਨਾਂ ਦੇ ਵਿੱਚ ਅੱਜ ਬਾਬਾ ਗੁਰਬਖਸ਼ ਸਿੰਘ ਵੀ ਜਿਹੜੇ ਨੇ ਉਹ ਸ਼ਹੀਦੀਆਂ ਪਾ ਰਹੇ ਨੇ, ਉੱਥੇ ਭਾਈ ਤਾਰੂ ਸਿੰਘ ਨੇ ਵੀ ਪਾਈਆਂ। ਤੇ ਸਮਾਂ ਕੋਈ ਦੂਰ ਨਹੀਂ ਗਿਆ, ਇਦਾਂ ਦੇ ਸੂਰਮੇ ਵਾਰ-ਵਾਰ ਸੰਸਾਰ ਤੇ ਆਉਂਦੇ ਰਹੇ। 84 ਦਾ ਸਮਾਂ ਦੇਖ ਲਓ ਤੇ ਆ ਪਿੱਛੇ ਜੀ ਤਕਰੀਬਨ 7-8 ਮਹੀਨੇ ਸਿੰਘ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਉਹਨਾਂ ਦਾ ਜੀਵਨ ਤੁਸੀਂ ਕਿਤੇ ਫਰੋਲ ਕੇ ਦੇਖੋ। ਡਾਕਟਰਾਂ ਨੇ ਕਿਹਾ ਕੈਂਸਰ ਹੈ ਤੇ ਸੀਸ ਦੇ ਉੱਤੋਂ ਜਿਹੜੇ ਨੇ ਅੰਗਾਂ ਦੇ ਉੱਤੋਂ ਵਾਲ ਜਿਹੜੇ ਨੇ ਕੱਟਣੇ ਪੈਣਗੇ। ਕਹਿਣ ਲੱਗੇ ਦਿੱਤੀ ਹੋਈ ਜ਼ਿੰਦਗੀ ਮਾਲਕ ਦੀ ਹੈ ਤੇ ਜਿੰਨੇ ਸਵਾਸ ਹਨ ਉਹ ਭੋਗਣੇ ਹੀ ਭੋਗਣੇ ਨੇ। ਜੇ ਕੇਸਾਂ ਨੂੰ ਕੱਟ ਕੇ ਮੌਤ ਫਿਰ ਵੀ ਆਉਣੀ ਹੈ ਤੇ ਫਿਰ ਇਸ ਗੱਲ ਦਾ ਦਾਵਾ ਨਹੀਂ ਕਿ ਮੈਂ ਜਿਹੜਾ ਹੈ ਆਪਣਾ ਜਿਹੜਾ ਹੈ ਨਿਕੰਮਾ ਮੂੰਹ ਤੇ ਬੇਮੁਖ ਮੂੰਹ ਲੈ ਕਰਕੇ ਗੁਰੂ ਰਾਮਦਾਸ ਦੇ ਘਰ ਦੇ ਵਿੱਚੋਂ ਜਾਵਾਂ, ਮੇਰੇ ਕੇਸ ਨਹੀਂ ਕੱਟਣੇ, ਮੈਨੂੰ ਜਿਹੜਾ ਹੈ ਮੌਤ ਜਿਹੜੀ ਹੈ ਮਨਜ਼ੂਰ ਹੈ। ਅੱਜ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਅਕਾਲੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸਨਮੁਖ ਖਲੋਤੇ, ਗਲ 'ਚ ਪੱਲਾ, ਦੋਨੋਂ ਹੱਥ ਜੋੜ ਕੇ ਜੋਦੜੀ ਕਰਦੇ ਨੇ, ਮੇਰੇ ਪਾਤਸ਼ਾਹ ਮੈਂ ਜਿਹੜਾ ਹਾਂ ਉਹ ਵਹੀਰ ਨੂੰ ਲੈ ਕਰਕੇ ਆਪਣੀ ਨੂੰ ਜ਼ਾਲਮ ਦੇ ਨਾਲ 2 ਹੱਥ ਕਰਨ ਵਾਸਤੇ ਜਿਹੜਾ ਹਾਂ ਉਹ ਜਾ ਰਿਹਾ ਹਾਂ, ਪਰ ਤੇਰੇ ਦਰ ਦਾ ਜਿਹੜਾ ਹਾਂ ਮੈਂ ਕੁੱਤਾ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਤੂੰ ਮੈਨੂੰ ਅਕਾਲ ਗੁੰਗੇ ਦੀ ਜਿਹੜੀ ਹੈ ਉਹ ਸੇਵਾ ਬਖਸ਼ੀ ਹੈ। ਧਿਆਨ ਰੱਖਣਾ ਇਹ ਬਾਬਾ ਅਕਾਲੀ ਉਹੀ ਹੈ ਜਿੱਥੋਂ ਸ਼ਹੀਦਾਂ ਦੀ ਮਿਸ਼ਲ ਬਾਬਾ ਦੀਪ ਸਿੰਘ ਜੀ ਨੇ ਤੋਰੀ ਸੀ ਤੇ ਇਹ ਇਸ ਵੇਲੇ ਸ਼ਹੀਦਾਂ ਦੀ ਮਿਸ਼ਲ ਦੇ ਜਿਹੜੇ ਸਨ ਉਹ ਮੁਖੀ ਸਨ ਤੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਨ। ਉਹ ਸ਼ਹੀਦੀ ਮਿਸ਼ਲਾਂ ਦਾ ਸਰਦਾਰ ਅਕਾਲੀ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਦੇ ਸਨਮੁਖ ਹੋ ਕਰਕੇ ਕਹਿਣ ਲੱਗਾ ਪਾਤਸ਼ਾਹ ਮੇਰੀ ਸਿੱਖੀ ਜਿਹੜੀ ਹੈ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾ ਦੇਈ, ਇਹ ਗਰੀਬੜੇ ਦੀ ਇਹ ਜਿਹੜੀ ਹੈ ਇੱਕ ਅਰਦਾਸ ਹੈ ਜੀ। ਚੌਪਈ ਉਤਗਿਲ ਜਨਬਦ ਕਰੀ ਤਿਆਰੀ। ਤੇ ਹੁਣ ਦੂਜੇ ਪਾਸੇ ਸੁਣੋ, ਇੱਧਰ ਤੇ ਤਿਆਰੀ ਕਰ ਲਈ ਹੈ ਸਿੰਘਾਂ ਨੇ, ਸਿੰਘ ਤਰਬਰ ਤਿਆਰ ਹੋ ਚੁੱਕੇ ਨੇ ਤੇ ਦੂਜੇ ਪਾਸੇ ਉਹ ਜਿਹੜਾ ਕਾਬਲ ਤੋਂ ਧਾਇਆ ਤੇ ਲਾਹੌਰ ਤੱਕ ਪੁੱਜ ਚੁੱਕਿਆ ਹੈ। ਉਹਨਾਂ ਗਿਲਜੀਆਂ ਦਾ ਹਾਲ ਸੁਣੋ, ਉਹਨਾਂ ਨੇ ਕਿੱਦਾਂ ਦੀ ਤਿਆਰੀ ਕੀਤੀ ਹੈ ਤੇ ਕੁਝ ਕੋ ਤਿਆਰੀ ਹੋਰ ਇੱਥੇ ਸਿੰਘਾਂ ਦੇ ਦਰਸਾਉਣ ਲੱਗੇ ਹਨ ਕਵੀ ਰਾਜ ਜੀ। ਸਿੰਘਨ ਫੌਜ ਸੁਣੀ ਹਨ ਭਾਰੀ। ਉਹਨਾਂ ਨੇ ਸੁਣਿਆ ਕਿ ਬਾਬਾ ਅਕਾਲੀ ਜਿਹੜਾ ਹੈ ਬੜੀ ਭਾਰੀ ਫੌਜ ਲੈ ਕੇ ਜਿਹੜਾ ਹੈ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਜਿਹੜਾ ਹੈ ਡਟਿਆ ਹੈ ਜੀ। ਟੋਪ ਸੰਜੋਏ ਸਵਾਰੇ। ਤੇ ਹੋਇਆ ਕਿ ਅਸਲ ਦੇ ਵਿੱਚ ਇਹਨੂੰ ਅਬਦਾਲੀ ਦੀਆਂ ਫੌਜਾਂ ਨੂੰ ਭੁਲੇਖਾ ਪੈ ਚੁੱਕਾ ਸੀ, ਕਿਉਂਕਿ ਇਹਨਾਂ ਨੇ ਹੱਥ ਵੱਡੇ ਘੱਲੂ ਘਾਰੇ ਦੇ ਵਿੱਚ ਦੇਖ ਚੁੱਕੇ ਸਨ ਸਿੰਘਾਂ ਦੇ। ਦਿੱਲੀ ਦੇ ਵਿੱਚ ਵੀ ਪਾਣੀਪਤ ਦੀ ਲੜਾਈ ਦੇ ਵਿੱਚ ਵੀ ਜਿਹੜੇ ਸਨ ਉਹ ਦੇਖ ਚੁੱਕੇ ਸਨ ਤੇ ਉਹ 1.25 लाख से एक लड़ाऊं तबे गोबिंद सिंह नाम कहाऊं, चिड़ियों से मैं बाज तड़ाऊं। ਇਹ ਕਹਾਣੀ ਮਸ਼ਹੂਰ ਹੋ ਚੁੱਕੀ ਸੀ। ਅਬਦਾਲੀ ਦੀਆਂ ਫੌਜਾਂ ਇਸ ਨਿਰਣੇ ਤੇ ਸਨ ਕਿ ਪਤਾ ਨਹੀਂ ਬਾਬਾ ਜੀ ਕਿੰਨੀ ਕੇ ਫੌਜ ਲੈ ਕੇ ਉੱਥੇ ਬੈਠੇ ਹੋਏ ਨੇ ਤੇ ਧਿਆਨ ਦੇਣਾ ਉਧਰ 30,000 ਜਿਹੜੀ ਹੈ ਉਹ ਟੁਕੜੀ ਹੈ ਅਬਦਾਲੀ ਦੀ ਫੌਜ ਦੀ ਤੇ ਇੱਧਰ ਗਿਣਤੀ ਦੇ ਸਿਰਫ ਜਿਹੜੇ ਨੇ ਬਾਬਾ ਜੀ ਨੂੰ ਪੱਕ ਕਰਕੇ 30 ਸਿੰਘ ਨੇ ਤੇ ਹੁਣ 30 ਸਿੰਘਾਂ ਦਾ 30,000 ਦੇ ਨਾਲ ਟੱਕਰਾ ਹੋਣਾ ਹੈ ਤੇ ਇੱਕ ਸਿੰਘ ਨੇ ਜਿਹੜਾ ਹੈ ਇੱਕ 1000 ਸਿੰਘ ਜਿਹੜਾ ਹੈ ਨਾ ਉਹ ਸਾਂਭਣਾ ਹੈ। ਤੇ ਇੱਧਰ ਤਿਆਰੀ ਦੇਖ ਲਿਓ ਕਿੱਦਾਂ ਦੀ ਹੈ ਸਿੱਖਾਂ ਦੀ ਤੇ ਉਧਰ ਦੀ ਤਿਆਰੀ ਦੇਖੋ ਕਿ ਉਹਨਾਂ ਦੀ ਤਿਆਰੀ ਕਿੱਦਾਂ ਦੀ ਹੈ। ਕਹਿਣ ਲੱਗੇ ਕਵੀ ਰਾਜ ਕਹਿੰਦੇ ਗਿਲਜਨ ਸਾਜ ਥੂ ਮਾਰਨ ਕੀਓ। ਗਿਲਜਿਆਂ ਨੇ ਸਿੱਖਾਂ ਨੂੰ ਮਾਰਨ ਵਾਸਤੇ ਜਿਹੜਾ ਸੀ ਨਾ ਉਹ ਆਪਣਾ ਕਿਰਦਾਰ ਬਣਾ ਲਿਆ, ਭਾਵ ਆਪਣਾ ਜਿਹੜਾ ਹੈ ਹੁਲੀਆ ਪੇਸ਼ਾ ਸੂਰਮਿਆਂ ਵਾਂਗੂ ਜਿਹੜਾ ਹੈ ਬਣਾਉਣਾ ਕੀਤਾ ਹੈ ਜੀ। ਤੇ ਦੂਜੇ ਪਾਸੇ ਸਿੰਘਾਂ ਨੇ ਜਿਹੜੇ ਸਨ ਉਹ ਆਪਣੀ ਰੱਖਿਆ ਵਾਸਤੇ ਕੁਝ ਵੀ ਨਾ ਧਾਰਨ ਕੀਤਾ। ਕਸ਼ੇਰ ਜਿਹੜਾ ਸੀ ਉਹ ਕਸ਼ਹਿਰਾ ਸੀ ਜਾਂ ਕਿਸੇ ਨੇ ਜਿਹੜਾ ਸੀ ਚੋਲਾ ਪਾਇਆ ਹੋਇਆ ਸੀ, ਇਸ ਤੋਂ ਵੱਧ ਕੁਝ ਨਹੀਂ ਸੀ। ਪਰ ਦੂਜੇ ਪਾਸੇ ਗਿਲਜੀਆਂ ਨੇ ਜਿਹੜੇ ਸਨ ਉਹ ਲੋਹੇ ਦੀਆਂ ਸੰਜੋਆਂ
ਤੇ ਸਿਰ ਦੇ ਉੱਤੇ ਜਿਹੜੇ ਸਨ ਗਿਲਜਨ ਟੋਪ ਸੰਜੋਏ ਸਵਾਰੇ। ਗਿਲਜਿਆਂ ਨੇ ਆਪਣੇ ਸਿਰਾਂ ਦੇ ਉੱਤੇ ਲੋਹੇ ਦੇ ਟੋਪ ਤੇ ਸੰਜੋਆਂ ਜਿਹੜੀਆਂ ਸਰੀਰ ਨੂੰ ਬਚਾਉਣ ਵਾਸਤੇ ਜਕੜੀਆਂ ਸਨ ਜੀ। ਉਹਨਾਂ ਦਾ ਇਰਾਦਾ ਸੀ ਸਿੱਖਾਂ ਨੂੰ ਖਤਮ ਕਰਨ ਦਾ। ਤੇ ਇੱਧਰ ਗੁਰੂ ਦੇ ਪਿਆਰਿਆਂ ਦਾ ਇਰਾਦਾ ਕੀ ਸੀ? ਇਹਨਾਂ ਦਾ ਜਿਹੜਾ ਕਿਰਦਾਰ ਕੀ ਸੀ? ਉਹਨੇ ਮਾਰਨ ਆਉਣਾ ਹੈ ਤੇ ਅਸੀਂ ਜਿਹੜਾ ਹੈ ਮਰਨਾ ਹੈ ਜੀ। ਗਿਲਜਿਆਂ ਦੇ ਹੱਥ ਦੇ ਵਿੱਚ ਜਿਹੜੇ ਹਥਿਆਰ ਸਨ ਉਹਨਾਂ ਦੀ ਦਾਸਤਾਨ ਸੁਣੋ। ਉਹਨਾਂ ਦੇ ਹੱਥਾਂ ਦੇ ਵਿੱਚ ਲੰਮੇ ਲੰਮੇ ਜਿਹੜੇ ਹਨ ਇਤਿਹਾਸ ਵਾਹਿਗੁਰੂ ਹਥਿਆਰ ਹਨ ਜੀ। ਉਹਨਾਂ ਦੇ ਹੱਥਾਂ 'ਚ ਤੀਰ ਹਨ, ਬੰਦੂਕਾਂ ਹਨ ਤੇ ਲੰਮੀਆਂ ਕਾਰਬੀਨ ਜਿਹੜੀਆਂ ਹਨ ਉਹ ਵੀ ਬੰਦੂਕਾਂ ਹਨ ਜੀ। ਤੇ ਸਿੰਘਾਂ ਦੇ ਹੱਥਾਂ ਦੇ ਵਿੱਚ ਤਾਂ ਬਸ ਜਿਹੜੇ ਹੱਥਾਂ ਦੇ ਵਿੱਚ ਇਸਤੇਮਾਲ ਕਰਨ ਵਾਲੇ ਹਥਿਆਰ ਹਨ ਉਹੀ ਹਨ ਜੀ। ਸਿੰਘਾਂ ਦੇ ਹੱਥਾਂ ਦੇ ਵਿੱਚ ਛੋਟੀ ਕਿਰਪਾਨ, ਇੱਕ ਕਟਾਰ ਤੇ ਜਾਂ 3 ਫੁੱਟੀ ਸ਼੍ਰੀ ਸਾਹਿਬ ਭਗੋਤੀ ਹੈ ਜੀ। ਤੇ ਹੋਰ ਸਿੰਘਾਂ ਦੇ ਕੋਲ ਕੀ ਹੈ? ਜਿਹੜੇ ਸ਼ਰਦਾਈ ਘੋਟਣ ਵਾਲੇ ਸਰੋਤਰੇ ਹੁੰਦੇ ਨਾ ਮੋਟੇ ਮੋਟੇ, ਜਿਨ੍ਹਾਂ ਦੇ ਨਾਲ ਸਿੰਘ ਸ਼ਰਦਾਈਆਂ ਘੋਟਦੇ ਨੇ, ਦੇਗੀ ਸ਼ਹੀਦੀ ਦੇਗਾ ਬਣਾਉਂਦੇ ਨੇ, ਉਹ ਘੋਟਣੇ ਜਿਹੜੇ ਸਿੰਘਾਂ ਨੇ ਫੜੇ ਹੋਏ ਹਨ। ਤੇ ਆਪ ਜਿਹੜੇ ਨੇ ਨਾ ਇੱਕ ਦੂਜੇ ਤੋਂ ਮੋਹਰੇ ਹੋ ਕੇ ਸਿੰਘ ਜਿਹੜੇ ਨੇ ਉਹ ਖੜ ਰਹੇ ਹਨ ਜੀ। ਕਈ ਸਿੰਘ ਘੋੜਿਆਂ ਦੇ ਉੱਤੇ ਚੜ ਕੇ ਬੈਠ ਗਏ ਤੇ ਆਪਸ ਦੇ ਵਿੱਚ ਹੁਣ ਭਰਾ ਭਰਾ ਦੱਸਾਂ ਕੀ ਕਰਦੇ ਨੇ। ਵੇਖੋ ਵਿਆਹ ਦੇ ਵਿੱਚ ਇੰਨਾ ਕਿ ਚਾਅ ਹੁੰਦਾ ਹੈ ਕਿ ਹਰ ਕੋਈ ਅੱਗੇ ਹੋਣ ਦੀ ਕੋਸ਼ਿਸ਼ ਕਰਦਾ ਹੈ, ਮੇਰੀ ਫੋਟੋ ਪਹਿਲਾਂ ਆ ਜਾਵੇ, ਮੇਰੀ ਵੀਡੀਓ ਪਹਿਲਾਂ ਬਣ ਜਾਵੇ। ਤੇ ਇੱਥੇ ਜਿਹੜਾ ਵਿਆਹ ਮੌਤ ਲਾੜੀ ਨੂੰ ਵਿਆਹਣ ਚੱਲੇ ਨੇ ਬਾਬਾ ਜੀ ਨਾਲ ਸ਼ਰਬਾਲੇ। ਹੁਣ ਸ਼ਰਬਾਲਿਆਂ ਦਾ ਕਿਰਦਾਰ ਸੁਣੋ। ਸ਼ਰਬਾਲੇ ਕੀ ਕਰ ਰਹੇ ਨੇ? ਕਹਿਣ ਲੱਗਾ ਮੈਂ ਅੱਗੇ ਮੋਹਰੇ ਹੋਣਾ ਪਹਿਲਾਂ ਮਰਨ ਵਾਸਤੇ, ਦੂਜਾ ਕਹਿੰਦਾ ਮੈਂ ਅੱਗੇ ਹੋਣਾ ਹੈ ਜੀ। ਤੇ ਆਪਸ ਦੇ ਵਿੱਚ ਇਸ ਤਰ੍ਹਾਂ ਕਰਾਰ ਕਰ ਰਹੇ ਨੇ, ਬਚਨ ਕਰ ਰਹੇ ਨੇ, ਆਪਸ ਦੇ ਵਿੱਚ ਕਹਿ ਲਈਏ ਕਿ ਜਮਾਬੰਦੀ ਕਰ ਰਹੇ ਨੇ ਕਿ ਭਾਈ ਏਦਾਂ ਕਰਾਰ ਕਰ ਲੈ ਮੇਰੇ ਨਾਲ, ਪਹਿਲਾਂ ਮੈਂ ਉਹਨਾਂ ਨੂੰ ਜਿਹੜਾ ਹੈ 2 ਹੱਥ ਕਰਾਂਗਾ, ਇਸ ਸਾਈਡ ਤੋਂ ਮੈਂ ਉਹਨਾਂ ਦੇ ਆਹੂ ਲਾਵਾਂਗਾ, ਇਧਰਲੀ ਸਾਈਡ ਤੋਂ ਤੂੰ ਜਿਹੜਾ ਉਹਨਾਂ ਨੂੰ ਪਕੜਨਾ ਕਰੀ ਤੇ ਤੂੰ ਅੱਗੇ ਹੋ ਕਰਕੇ ਪਹਿਲਾਂ ਲੜੀ, ਮੈਂ ਪਿੱਛੋਂ ਦੀ ਕਰਕੇ ਜਿਹੜਾ ਹੈ ਵਾਰ ਕਰ ਦਵਾਂਗਾ। ਸ੍ਰੀ ਗੁਰ ਬਖਸ਼ਿਆ ਸਿੰਘ ਜੋ ਹੋਏ ਬਰਿਓ ਗੁੰਗਾ ਤਿਆਰ। ਇੱਧਰ ਬਾਬਾ ਗੁਰਬਖਸ਼ ਸਿੰਘ ਜੀ ਤਿਆਰ ਬਰ ਤਿਆਰ ਹੋ ਕਰਕੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਗਿਆ ਹੈ ਤੇ ਬਾਬਾ ਜੀ ਅਕਾਲ ਬੂੰਗੇ ਦੇ ਉੱਤੇ ਤਿਆਰ ਬਰ ਜਿਹੜੇ ਨੇ ਖੜੇ ਹਨ ਜੀ। ਖੁਸ਼ੀਆਂ ਚਿਤੈ ਸੁਨ ਸੁੰਦਰ ਬਹੁ ਮੁਟਿਆਰ। ਦੇਖੋ ਗੁਰ ਕੀ ਸੰਗਤ ਜੀ, ਜਿੱਦਾਂ ਵਿਆਹ ਵਾਲਾ ਲਾੜਾ ਜਿਹੜਾ ਹੈ ਆਪਣੇ ਵਿਆਹ ਦੀ ਖੁਸ਼ੀ ਇਸ ਤਰ੍ਹਾਂ ਵੀ ਮਨਾਉਂਦਾ ਹੈ ਕਿ ਅੱਜ ਮੈਂ ਇੱਕ ਸੁੰਦਰ ਮੁਟਿਆਰ ਨੂੰ ਜਿਹੜਾ ਹੈ ਉਹ ਵਿਆਹ ਕਰਕੇ ਜਿਹੜਾ ਹੈ ਲਿਆਉਣਾ ਹੈ। ਤੇ ਅੱਜ ਧੰਨ ਬਾਬਾ ਗੁਰਬਖਸ਼ ਸਿੰਘ ਜੀ ਦੇ ਚਿਹਰੇ ਦੇ ਉੱਤੇ ਜਿਹੜਾ ਜਲਾਲ ਹੈ, ਚਿਹਰੇ ਦੀ ਜਿਹੜੀ ਰੰਗਤ ਹੈ, ਇੱਕ ਵਿਆਹ ਵਾਲੇ ਲਾੜੇ ਵਾਂਗੂ ਜਿਹੜਾ ਹੈ ਬਾਬਾ ਗੁਰਬਖਸ਼ ਸਿੰਘ ਜੀ ਸ਼ੋਭ ਰਹੇ ਨੇ। ਪਤਾ ਹੈ ਕਿ ਅੱਜ ਉਸ ਲਾੜੀ ਨੂੰ ਵਿਆਹ ਕੇ ਲਿਆਉਣਾ ਹੈ ਜਿਸ ਲਾੜੀ ਦੇ ਨਾਲ ਵਿਆਹ ਕੀਤਿਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਗੋਦ ਜਿਹੜੀ ਹੈ ਉਹ ਮਿਲ ਜਾਣੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਲਾੜੀ ਦੇ ਵਾਸਤੇ ਆਮ ਇੱਕ ਅਲਫਾਜ਼ ਵਰਤਿਆ ਜਾਂਦਾ ਹੈ, ਕਹਿੰਦੇ ਦੇਖੋ ਕਿੰਨਾ ਸੋਲ ਚੜਿਆ, ਸੋਲ ਲਾੜੇ ਨੂੰ ਸੋਲ ਚੜਿਆ, ਭਾਵ ਰਾਲੇ ਦਾ ਰੰਗ ਜਿਹੜਾ ਹੈ ਕਿੰਨਾ ਗਦਾਗਦ ਜਿਹੜਾ ਹੈ ਉਹ ਭਾਂਕ ਰਿਹਾ ਹੈ। ਤੇ ਆਮ ਕਰਕੇ ਤੁਸੀਂ ਵਿਆਹਾਂ ਦੇ ਵਿੱਚ ਦੇਖੋ, ਜਦੋਂ ਵੀ ਬੱਚੇ ਦਾ ਵਿਆਹ ਹੁੰਦਾ ਹੈ ਨਾ, ਤੇ ਆਮ ਹੈ ਇਹ ਕਿ ਜਿਸ ਦਿਨ ਜਿਸ ਬੱਚੇ ਦਾ ਵਿਆਹ ਹੋਵੇਗਾ ਉਸ ਦੇ ਚਿਹਰੇ ਦੀ ਰੌਣਕ ਜਿਹੜੀ ਹੈ ਆਮ ਦਿਨਾਂ ਦੇ ਨਾਲੋਂ ਜਿਹੜੀ ਹੈ ਉਹ 4 ਗੁਣਾ ਵੱਧ ਦਿਸੇਗੀ। ਤੇ ਅੱਜ ਜਿੱਦਣ ਤਿਆਰ ਬਰ ਤਿਆਰ ਹੋ ਕੇ ਸਿੰਘ ਸੂਰਮਾ ਜਿਹੜਾ ਹੈ ਸ਼ਹੀਦੀਆਂ ਪਾਉਣ ਵਾਸਤੇ ਮੌਤ ਲਾੜੀ ਨੂੰ ਵਿਆਹੁਣ ਲਈ ਚੱਲਾ ਹੈ, ਸਿੰਘ ਦੇਖ ਕੇ ਉਹਦਾ ਰੂਪ ਦੇਖ ਕੇ ਬਾਬੇ ਦਾ ਚਿਹਰਾ ਆਪਸ 'ਚ ਗੱਲਾਂ ਕਰ ਰਹੇ ਨੇ। ਦੇਖੋ ਬਾਬੇ ਗੁਰਬਖਸ਼ ਦਾ ਚਿਹਰਾ ਜਿੱਦਾਂ ਲਾੜੇ ਦਾ ਜਿਹੜਾ ਹੈ ਲਾਲ ਤੇ ਸੂਹਾ ਮੁਖ ਹੋ ਜਾਂਦਾ ਹੈ, ਅੱਜ ਬਾਬੇ ਦਾ ਚਿਹਰਾ ਝੱਲਿਆ ਨਹੀਂ ਜਾਂਦਾ। ਨੈਣ ਜਿਹੜੇ ਨੇ ਅੱਗ ਵਰਸਾਉਂਦੇ ਪਏ ਨੇ, ਨੈਣਾਂ ਦੇ ਵਿੱਚੋਂ ਇਸ ਤਰ੍ਹਾਂ ਕਹਿ ਲਈਏ
ਖੂਨ ਛਿਲਕਦਾ ਪਿਆ ਏ ਕਿ ਬਾਬਾ ਕਹਿੰਦਾ ਪਿਆ ਹੈ, ਬਸ ਅੱਜ ਨਹੀਂ ਤੇ ਹੁਣੇ ਸਹੀ, ਹੁਣੇ ਨਹੀਂ ਤੇ ਅਭੀ ਸਹੀ, ਹੁਣ ਜਿਹੜੇ ਨੇ ਗਿਲਜੇ ਜਿਹੜੇ ਛੱਡਣੇ ਨਹੀਂ। ਇਸ ਤਰ੍ਹਾਂ ਰਣ ਭੂਮੀ ਦਾ ਉਹ ਖਾਲਸਾ ਬਾਬਾ ਅਕਾਲੀ ਬਾਬਾ ਗੁਰਬਖਸ਼ ਸਿੰਘ ਜੀ ਤਿਆਰ ਬਰ ਤਿਆਰ ਹੋ ਕੇ ਜਿਹੜਾ ਹੈ ਖੜਾ ਹੈ ਜੀ। ਨਿਸ਼ਾਨ ਝੂਲੇ ਔਰ ਨਗਾਰੇ ਵਜਵਾਏ, ਨਿਸ਼ਾਨ ਝੁੱਲ ਗਏ ਨੇ, ਨਗਾਰੇ ਜਿਹੜੇ ਨੇ ਵਜਾ ਦਿੱਤੇ ਗਏ ਹਨ ਜੀ। ਜੋੜੀ ਕਰ ਸ਼ਬਦ ਸੁਗਾਏ, ਤੇ ਰਬਾਬੀਏ ਜਿਹੜੇ ਨੇ ਰਬਾਬਾਂ ਨੂੰ ਜੋੜ ਕਰਕੇ ਕਹਿ ਲਈਏ ਉਹ ਸ਼ਬਦ ਜੋੜੀ ਗਾ ਰਹੇ ਹਨ ਜੀ। ਘੋੜੀ ਗਵਾਏ, ਤੇ ਜਦੋਂ ਕਿਤੇ ਸਮਾਂ ਢਿੱਲਾ ਜਿਹਾ ਬਣਿਆ ਨਾ ਤੇ ਬਾਬਾ ਗੁਰਬਖਸ਼ ਸਿੰਘ ਜੀ ਕਹਿਣ ਲੱਗੇ, ਓਏ ਕੀ ਕਰਦੇ, ਚੁੱਪ ਕਰਦੇ, ਗਾਓ ਗਾਓ ਘੋੜੀਆਂ ਗਾਓ, ਤੁਸੀਂ ਜਿਹੜਾ ਨੇ ਘੋੜੀਆਂ ਗਾਓ, ਤੁਸੀਂ ਚੁੱਪ ਕਿਉਂ ਕਰ ਗਏ? ਤਾਲ ਵਜਾਉਂਦਿਆਂ ਸ਼ਬਦ ਗਾਉਂਦਿਆਂ ਕੋਈ ਢਿੱਲਾ ਪੈ ਜਾਵੇ, ਹਜੇ ਸੂਰਮੇ ਨੇ ਆਉਣਾ ਹੈ। ਉਧਰੋਂ ਚੜ ਕੇ ਗਿਲਜਿਆਂ ਨੇ, ਇਧਰੋਂ ਸੂਰਮਿਆਂ ਨੇ 2 ਹੱਥ ਕਰਨੇ ਨੇ, ਪਰ ਵਿਆਹ ਜਿਹੜਾ ਹੈ ਉਹ ਦੇਖੋ ਜੰਝ ਹਜੇ ਚੜ੍ਹਦੀ ਹੈ ਤੇ ਜੰਝ ਚੜ੍ਹਨ ਤੋਂ ਪਹਿਲਾਂ ਘੋੜੀਆਂ ਗਾਈਆਂ ਜਾਂਦੀਆਂ। ਤੇ ਆਮ ਕਰਕੇ ਵੀ ਬੀਬੀਆਂ ਇੱਕ ਦੂਜੇ ਨੂੰ ਕਹਿ ਦਿੰਦੀਆਂ, ਭੈਣੇ ਥੋੜਾ ਉੱਚੀ ਬੋਲ, ਜਿਹੜੇ ਤੂੰ ਘੋੜੀਆਂ ਗਾ ਰਹੀ ਇਹਦੀ ਆਵਾਜ਼ ਨਹੀਂ ਸੁਣਦੀ। ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ, ਉਹ ਭਲਿਓ ਗਾਓ ਗੁਰਬਾਣੀ, ਬਾਣੀ ਦੇ ਵਿੱਚ ਜਿਹੜੀਆਂ ਘੋੜੀਆਂ ਆਈਆਂ ਉਹਨਾਂ ਨੂੰ ਗਾਓ। ਇੱਕ ਪੰਕਤੀ ਹੈ ਬਾਣੀ ਦੇ ਅੰਦਰ, ਮੈਂ ਸਰਵਣ ਕਰਾ ਜਾਵਾਂ ਆਪ ਜੀ ਨੂੰ। ਦੇਹ ਤੇ ਜਿਨ ਜੀ ਰਾਮ ਉਪਾਇਆ, ਰਾਮ ਉੱਥੇ ਘੋੜੀ ਦਾ ਜਿਹੜਾ ਸੀ ਨਾ ਵਿਅੰਗ ਦਿੱਤਾ ਗਿਆ। ਇਹ ਸਰੀਰ ਜਿਹੜੀ ਹੈ ਘੋੜੀ ਹੈ ਤੇ ਇਸ ਘੋੜੀ ਉੱਤੇ ਚੜ ਕੇ ਆਪਣੇ ਮਨ ਨੂੰ ਜਿਹੜਾ ਇੰਨਾ ਕਿ ਪ੍ਰਬੋਧ ਲੈ ਕਿ ਇੱਕ ਦਿਨ ਰੱਬ ਦੇ ਘਰ ਦੇ ਵਿੱਚ ਤੂੰ ਜਿਹੜਾ ਹੈ ਉਹ ਪਿਆਰਾ ਬਣ ਜਾਵੇ। ਧੰਨ ਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਗੱਲ ਦੀ ਵਿਖਿਆਨਤਾ ਕਰ ਰਹੇ ਨੇ ਕਿ ਦੇਖੋ ਬਾਬਾ ਗੁਰਬਖਸ਼ ਸਿੰਘ ਜੀ ਹੁਣ ਘੋੜੀਆਂ ਜਿਹੜੇ ਨੇ ਗਵਾ ਰਹੇ ਹਨ ਜੀ। ਤੇ ਕਹਿੰਦੇ ਨੇ ਤੁਸੀਂ ਬਾਰ-ਬਾਰ ਇਹਨਾਂ ਘੋੜੀਆਂ ਨੂੰ ਗਾਓ, ਮੇਰਾ ਮਨ ਜਿਹੜਾ ਹੈ ਉਹ ਪਤੀਜਿਆ ਜਾਏ। ਆਂਦੇ ਸਾਰੀ ਰਾਤ ਜਿਹੜੀ ਹੈ ਨਾ ਉਹ ਕੀਰਤਨ ਕਰਦਿਆਂ ਜਿਹੜੀ ਹੈ ਉਹ ਬੀਤ ਗਈ, ਸ਼ਬਦ ਗਾਉਂਦਿਆਂ ਬੀਤ ਗਈ, ਘੋੜੀਆਂ ਗਾਉਂਦਿਆਂ ਬੀਤ ਗਈ। ਜੋ ਉਹ ਫਟਾਲਾ ਹੋਇਆ ਉਧਰੋਂ ਗਿਲਜਿਆਂ ਨੇ ਲਾਹੌਰ ਤੋਂ ਜਿਹੜਾ ਹੈ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਧਾਵਾ ਬੋਲ ਦਿੱਤਾ। ਤੇ ਸਿੰਘ ਤੇ ਅੱਗੇ ਹੀ ਤਿਆਰ ਬਰ ਤਿਆਰ ਹੋ ਕਰਕੇ ਉਡੀਕ ਕਰਦੇ ਸਨ। ਤੇ ਕਈ ਸਿੰਘ ਫਿਰ ਇੱਕਦਮ ਅੱਗੇ ਹੋ ਕੇ ਲੜਨ ਲੱਗੇ ਤੇ ਕਈ ਜਿਹੜੇ ਪੈਰੀ ਨੰਗੇ ਪੈਰੀ ਚੱਲਦੇ ਪਏ ਸਨ। ਸਜਾਦੇ ਕਹਿੰਦੇ ਨੇ ਨੰਗੇ ਪੈਰੀ ਫੌਜ ਨੂੰ, ਜਿਹੜੇ ਨੰਗੇ ਪੈਰੀ ਚੱਲਦੀ ਹੈ ਬਿਨਾਂ ਕੋਈ ਸਵਾਰੀ ਤੋਂ, ਕਹਿੰਦੇ ਉਹ ਸਜਾਦੇ ਜਿਹੜੇ ਸੈਨਾ ਅੱਗੇ ਹੋ ਕੇ ਖੜ ਗਏ ਹਨ ਜੀ। ਉਹ ਜਿੱਥੇ ਕੋਈ ਗਿਲਜਾ ਅੜਦਾ ਸੀ ਉੱਥੇ ਹੀ ਜਿਹੜੇ ਅੜ ਕੇ ਉਹਨਾਂ ਨੂੰ ਖਤਮ ਕਰ ਰਹੇ ਹਨ ਜੀ। ਤੇ ਉਹ ਜਿਹੜੇ ਸਨ ਕਿਆ ਬਹੁਤ ਨਸਿਓ ਥੋੜੇ ਕਰੇ, ਗਿਲਜੇ 30,000 ਤੇ ਇੱਧਰ 30 ਸਿੰਘ ਸਨ, ਭਾਰੀ ਤਾਂ ਥੋੜਾ ਬਹੁਤਾ ਪੈਣਾ ਸੀ ਜੀ। ਤੇ ਸ਼ਹੀਦ ਹੋ ਕਰਕੇ ਸਿੰਘ ਜਿਹੜੇ ਨੇ ਉਹ ਧਰਤੀ ਤੇ ਡਿੱਗ ਰਹੇ ਹਨ ਜੀ। ਜਿਹੜੇ ਜੀਵਤ ਬਚ ਰਹੇ ਸਨ ਉਹਨਾਂ ਤੀਆਂ ਦੇ ਵਿੱਚੋਂ ਉਹ ਫਿਰ ਦੌੜ ਕਰਕੇ ਜਿਹੜਾ ਸੀ ਜ਼ਾਲਮ ਦਾ ਮੁਕਾਬਲਾ ਕਰ ਰਹੇ ਹਨ ਜੀ। ਤੇ ਜਿਹੜੇ ਗਿਲਜੇ ਸਨ ਉਹਨਾਂ ਨੂੰ ਜਿਹੜਾ ਸੀ ਨਾ ਉਹਨਾਂ ਨੇ 4 ਸਫੇਰਿਓਂ ਘੇਰ ਲਿਆ। ਬਿਜਨ ਬਿਜਨ ਇਹ ਹੈ ਆਪਣੇ ਫਾਰਸੀ ਬੋਲੀ, ਕਹਿ ਰਹੇ ਚੱਕ ਲੋ ਮਾਰ ਦੋ ਆਪਣੀ ਬੋਲੀ 'ਚ ਕਿ ਸਿੰਘਾਂ ਨੂੰ ਹੁਣ ਜਿਹੜਾ ਹੈ ਉਹ ਖਤਮ ਕਰ ਦੋ। ਬੇਜਨ ਵੀ ਇਹਨਾਂ ਨੂੰ ਜਾਨ ਤੋਂ ਜਿਹੜਾ ਹੈ ਉਹ ਖਤਮ ਕਰ ਦਵੋ ਜੀ। ਉਦੋਂ ਬਾਬੇ ਗੁਰਬਖਸ਼ ਸਿੰਘ ਨਿਹੰਗ ਨੇ ਇਸ ਤਰ੍ਹਾਂ ਕਹਿਣਾ ਕੀਤਾ, ਉਹ ਸਿੱਖੋ ਸ਼ਹੀਦ ਹੋ ਕਰਨ ਲਈ ਤੁਸੀਂ ਆਪਣੇ ਪੈਰਾਂ ਨੂੰ ਜਿਹੜਾ ਹੈ ਅੱਗੇ ਨੂੰ ਤੋੜ ਨਾ ਕਰੋ। ਜੇ ਤਾਂ ਪੈਰ ਅੱਗੇ ਨੂੰ ਰੱਖ ਦਵੋਗੇ ਮਾਲਕ ਦੇ ਘਰ ਦੇ ਵਿੱਚ ਨਿਵਾਜੇ ਜਾਓਗੇ, ਜੇ ਪੈਰ ਪਿੱਛੇ ਨੂੰ ਖਿੱਚ ਲਏ ਤੇ ਤੁਹਾਡੀ ਇੱਜ਼ਤ ਵੀ ਨਹੀਂ ਰਹਿਣੀ ਤੇ ਮਾਲਕ ਦੇ ਘਰ ਦੇ ਵਿੱਚ ਵੀ ਕਬੂਲੇ ਨਹੀਂ ਜਾਓਗੇ।
ਜਿਨੈ ਸਿਰ ਧਰੈ ਫਿਰ ਕਿਆ ਕਖਨ ਸਹਾਏ। ਉਹ ਸਿੱਖੋ, ਜਦੋਂ ਵੈਰੀ ਆ ਕੇ ਖੰਡਾ ਸਿਰ ਦੇ ਉੱਤੇ ਧਰ ਦੇ, ਮੌਤ ਜਦੋਂ ਜਿਹੜੀ ਹੈ ਪੁਕਾਰਦੀ ਹੋਵੇ, ਫਿਰ ਕਿਹਦੀ ਸਹਾਇਤਾ ਵਾਸਤੇ ਦੌੜੋਗੇ? ਆਪ ਇਕੱਲੇ ਇਕੱਲੇ ਹੋ ਕਰਕੇ ਵੈਰੀ ਦਾ ਮੁਕਾਬਲਾ ਕਰੋ। ਚੌਪਈ ਸੁਣਤ ਸਿੰਘ ਕੁਦ ਭਏ ਚੁਫੇਰੇ। ਸਿੰਘ ਇਹਨਾਂ ਗੱਲਾਂ ਨੂੰ ਸੁਣ ਕੇ ਇੱਕਦਮ ਹੋਰ ਹੁਸ਼ਿਆਰ ਹੋ ਗਏ ਤੇ ਬੜਾ ਭਾਰੀ ਹਮਲਾ ਕੀਤਾ ਗਿਲਜਿਆਂ ਤੇ। ਭਏ ਸਿੰਘ ਜਿਉ ਮਿਰਗਨ ਹੇਰੇ। ਜਿੱਦਾਂ ਮਿਰਗ ਜਿਹੜਾ ਹੈ ਉਹਦੇ ਉੱਤੇ ਕੋਈ ਧਾਵਾ ਬੋਲ ਦਵੇ। ਸਿੰਘਨ ਇੱਛਾ ਮਰਨ ਕਰੀ। ਸਿੰਘਾਂ ਨੇ ਤਾਂ ਆਪਣੀ ਮੌਤ ਨੂੰ ਕਬੂਲ ਲਿਆ ਸੀ, ਪਹਿਲਾ ਮਰਨ ਕਬੂਲ ਵਾਲੀ ਗੱਲ ਸਿਰੇ ਲਾ ਰਹੇ ਸਨ ਜੀ। ਜੀਵਨ ਆਸ ਦੂਰ ਕਰ ਧਰੀ। ਉਹਨਾਂ ਨੇ ਜੀਣ ਦੀ ਆਸ ਜਿਹੜੀ ਸੀ ਉਹ ਬਿਲਕੁਲ ਹੀ ਤਿਆਗ ਦਿੱਤੀ ਸੀ ਜੀ। ਹੰਗ ਕਹੈ ਪਗ ਆਗੈ ਧਾਰੋ। ਬਾਬਾ ਗੁਰਬਖਸ਼ ਸਿੰਘ ਕਹਿੰਦੇ ਨੇ, ਜਿਹੜਾ ਪੈਰ ਨੂੰ ਅੱਗੇ ਨੂੰ ਵਧਾਏਗਾ ਉਹ ਸ਼ਹੀਦ ਦਰ ਭਵਜਲ ਪਾਰ। ਉਹ ਸ਼ਹੀਦੀ ਪਾ ਕਰਕੇ ਭਵਜਲ ਇਸ ਸੰਸਾਰ ਸਮੁੰਦਰ ਨੂੰ ਤਰੇਗਾ। ਜਿਸ ਕੋ ਇੱਛਾ ਸਵਰਗ ਹੋਏ। ਹੋਰ ਸੁਣੋ, ਕਹਿੰਦੇ ਜਿਨ੍ਹਾਂ ਨੂੰ ਸਵਰਗ ਦੀ ਇੱਛਾ ਹੈ ਜੀ, ਸਾਥ ਅਪਸਰਾਂ ਜਾਇਓ ਨ ਸੋਏ। ਤੇ ਜਿਨ੍ਹਾਂ ਨੂੰ ਚਾਹੀਦਾ ਹੈ ਸਵਰਗ, ਤੇ ਉੱਥੇ ਅਪਸਰਾਂ ਜਿਹੜੀਆਂ ਨੇ ਨੱਚਣ ਗਾਉਣ ਵਾਲੀਆਂ ਚਾਹੀਦੀਆਂ ਹਨ ਜੀ। ਮਿਲ ਖਾਲਸਾ ਕਰਨੋ ਰਾਜ। ਜਿਹਨੂੰ ਤੇ ਚਾਹੀਦਾ ਹੈ ਸਵਰਗ, ਤੇ ਉਹ ਅਪਸਰਾਂ ਦੇ ਨਾਲ ਹੋ ਜਾਵੇ, ਉਹ ਗਾਉਣ ਵਜਾਉਣ ਵਾਲੀਆਂ ਦੇ ਨਾਲ ਹੋ ਜਾਵੇ। ਤੇ ਜਿਹਨੂੰ ਚਾਹੀਦਾ ਹੈ ਖਾਲਸੇ ਦਾ ਰਾਜ, ਜਿਹਨੂੰ ਚਾਹੀਦਾ ਹੈ ਖਾਲਸੇ ਦੇ ਵਿੱਚ ਆਪਣਾ ਜੀਵਨ, ਰਹਿਓ ਬਿਰੰਗਨ ਤੇ ਸੋ ਭਾਜ। ਤੇ ਉਹ ਜਿਹੜਾ ਹੈ ਇਹਨਾਂ ਰੰਗ ਰਲੀਆਂ ਤੋਂ ਦੂਰ ਹੋ ਜਾਵੇ। ਆਏ ਖਾਲਸਾ ਗ੍ਰਹਿ ਜਨਮ ਸੁਧਾਰਿਓ। ਉਹਦਾ ਫਿਰ ਖਾਲਸੇ ਦੇ ਵਿੱਚ ਦੁਬਾਰਾ ਜਨਮ ਹੋਵੇਗਾ, ਉਹਦਾ ਜਨਮ ਜਿਹੜਾ ਹੈ ਸੁਧਾਰਿਆ ਜਾਵੇਗਾ। ਕਰਿਓ ਪਾਤਸ਼ਾਹੀ ਤੁਰਕਨ ਮਾਰਿਓ। ਉਹ ਜਦੋਂ ਤੁਸੀਂ ਤੁਰਕਾਂ ਨੂੰ ਮਾਰੋਗੇ, ਪਾਤਸ਼ਾਹ ਤੁਹਾਨੂੰ ਜਿਹੜਾ ਹੈ ਪਾਤਸ਼ਾਹ ਦੇ ਦਵੇਗਾ। ਖਾਲਸਾ ਨੇ ਬਚਨ ਉਚਾਰਾ। ਉਦੋਂ ਖਾਲਸੇ ਨੇ ਜਿਹੜਾ ਇਸ ਤਰ੍ਹਾਂ ਬਚਨ ਕਹਿਣੇ ਕੀਤੇ ਹਨ ਜੀ। ਜੰਜ ਤੋ ਹੈ ਤੁਮ ਲਾੜਾ। ਉਹ ਬਾਬੇ ਗੁਰਬਖਸ਼ ਸਿੰਘ ਦੇ ਬਚਨ ਸੁਣ ਕੇ ਖਾਲਸਾ ਕਹਿਣ ਲੱਗਾ, ਸਿੰਘ ਕਹਿਣ ਲੱਗੇ, ਬਾਬਾ ਜੀ ਤੁਸੀਂ ਤੇ ਉਹ ਲਾੜੇ ਤੇ ਅਸੀਂ ਹਾਂ ਜਾਂਜੀ ਜੀ। ਤੂੰ ਚਾਹੇ ਸਵਰਗ ਹਮ ਪੀ ਜਾਵੇ। ਜੇ ਤੁਸੀਂ ਚਾਹੁੰਦੇ ਹੋ ਸਵਰਗ, ਤੇ ਆਪਾਂ ਵੀ ਸਵਰਗਾਂ ਦੇ ਵਿੱਚ ਜਾਵਾਂਗੇ। ਤੂੰ ਕਰੇ ਪਾਤਸ਼ਾਹੀ ਸੰਗ ਅਸੀਂ ਕਰਾਹੇ। ਜੇ ਤੁਸੀਂ ਰਾਜ ਖਾਲਸੇ ਦਾ ਚਾਹੁੰਦੇ ਹੋ ਤੇ ਆਪਾਂ ਉਧਰ ਨੂੰ ਜਾਵਾਂਗੇ। ਦੁਬਰਾ ਹਮ ਇੱਛਾ ਸੁਰਗ ਨਹੀਂ, ਹਮ ਇੱਛਿਆ ਖਾਲਸਾ ਸੰਗ। ਤੇ ਫਿਰ ਬਾਬਾ ਗੁਰਬਖਸ਼ ਸਿੰਘ ਜੀ ਨੇ ਇਹ ਬਚਨ ਕੇ ਸਿੰਘਾਂ ਨੂੰ, ਯੁੱਧ ਚੱਲ ਰਿਹਾ ਹੈ, ਸੂਰਮਿਆਂ ਦੇ ਨਾਲ ਦੋ ਹੱਥ ਜਿਹੜੇ ਨੇ ਹੋ ਰਹੇ ਨੇ, ਨਾਲ ਗੁਫ਼ਤਗੂ ਵੀ ਹੁੰਦੀ ਜਾ ਰਹੀ ਹੈ। ਕਹਿਣ ਲੱਗੇ, ਬਾਦਸ਼ਾਹ ਵਾਹਿਗੁਰੂ ਬਾਬਾ ਗੁਰਬਖਸ਼ ਸਿੰਘ ਜੀ, ਸਾਨੂੰ ਇੱਛਾ ਸਵਰਗਾਂ ਦੀ ਨਹੀਂ, ਸਾਨੂੰ ਅਪਸਰਾਂ ਦੀ ਇੱਛਾ ਜਿਹੜੀ ਹੈ ਉਹ ਨਹੀਂ ਹੈ ਖਾਲਸਾ ਜੀ। ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਗੋਦ ਦੇ ਵਿੱਚ ਜਾ ਕੇ ਸੌਣਾ ਚਾਹੁੰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਗੋਦ ਦਾ ਜਿਹੜਾ ਹੈ ਨਿੱਘ ਮਾਨਣਾ ਚਾਹੁੰਦੇ ਹਾਂ ਜੀ। ਮਰਨੋ ਨਹਿ ਡਰੈ ਜਹ ਤੁਰਕਨ ਸੋ ਸੰਗ। ਅਸੀਂ ਲੜਨ ਤੇ ਮਰਨ ਤੋਂ ਨਹੀਂ ਡਰਦੇ, ਅਸੀਂ ਤੁਰਕਾਂ ਦੇ ਨਾਲ ਭਾਰੀ ਜੰਗ ਕਰਾਂਗੇ। ਭਈ ਤਬ ਨਿਹੰਗ ਸਿੰਘ ਬਚਨ ਉਚਾਰਾ। ਉਦੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਇਸ ਤਰ੍ਹਾਂ ਫਿਰ ਬਚਨ ਕੀਤਾ ਹੈ, ਜੀ ਪਰਨ ਹੈ ਨਿਜ ਮਨ ਧਾਰਾ। ਜੇ ਤੁਹਾਡਾ ਵੀ ਇਹੀ ਪ੍ਰਣ ਹੈ ਕਿ ਤੁਸੀਂ ਵੀ ਲੜ ਮਰ ਕੇ ਜਿਹੜਾ ਹੈ ਉਹ ਪਰਮ ਗਤੀ ਨੂੰ ਪ੍ਰਾਪਤ ਹੋਣਾ ਹੈ, ਪਾਰ ਸਤਿਗੁਰ ਪਹੁੰਚ ਦਰਬਾਰ। ਤੇ ਗੁਰੂ ਜੀ ਕੇ ਦਰਬਾਰ ਭਾਵ ਗੁਰੂ ਜੀ ਦੀ ਦਰਗਾਹ ਦੇ ਵਿੱਚ ਤੁਸੀਂ ਵੀ ਪਹੁੰਚਣਾ ਹੈ। ਜੇ ਤੁਸੀਂ ਇਹ ਨਿਰਣੇ ਕਰ ਲਿਆ ਹੈ ਜੀ, ਆਵਨ ਗਿਲਜਨ ਟਾਰ। ਤੇ ਫਿਰ ਜਿਹੜਾ ਅਬਦਾਲੀ ਚੜ ਕੇ ਆਉਂਦਾ ਪਿਆ ਹੈ ਖਾਲਸਾ ਜੀ, ਉਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ, ਦਰਬਾਰ ਸਾਹਿਬ ਜੀ ਦੀ ਜਿਹੜੀ ਹੈ ਨਾ, ਉਹ ਬੇਅਦਬੀ ਹੁਣ ਨਹੀਂ ਕਰਨ ਦੇਣੀ। ਖਾਲਸਾ ਕਰ ਲਏ ਉਤਾਰ। ਜੇ ਹੁਣ ਖਾਲਸੇ ਨੇ ਆਉਂਦੇ ਜਾਂਦੇ ਉਸ ਅਬਦਾਲੀ ਨੂੰ ਜਿਹੜਾ ਹੈ ਆਪਣੇ ਘਰ ਦੇ ਵਿੱਚ ਉਤਾਰਾ ਕਰਨ ਦਿੱਤਾ, ਜਨਮ ਭਾਉ ਸਿੰਘ ਬਾਰੇ ਬਾਰ। ਤੇ ਜੇ ਤੁਸੀਂ ਉਹਨਾਂ ਨੂੰ ਅੱਗੋਂ ਰੋਕ ਲਿਆ, ਤੇ ਫਿਰ ਦੇਖਣਾ ਖਾਲਸਾ ਜੀ, ਇਸੇ ਹੀ ਖਾਲਸੇ ਦੇ ਘਰ ਦੇ ਵਿੱਚ ਬਾਰ-ਬਾਰ ਜਿਹੜਾ ਹੈ ਉਹ ਜਨਮ ਹੋਵੇਗਾ। ਹਾਂਜੀ, ਫਿਰ ਸਿੰਘ ਜੀਓ ਬਾਣੀ ਕਹੀ। ਫਿਰ ਸਿੰਘ ਜੀ ਨੇ ਇਸ ਤਰ੍ਹਾਂ ਮੂੰਹ ਦੇ ਵਿੱਚੋਂ ਬਚਨ ਉਚਾਰੇ ਹਨ ਜੀ। ਹੋ ਸ਼ਹੀਦ ਅਬ ਹੈ ਦੇਰ ਕਹੀ। ਤੇ ਆਂਦੇ ਫਿਰ ਸਿੰਘੋ ਹੋਵੋ ਸ਼ਹੀਦ, ਦੇਰ ਕਿਉਂ ਲਾਈ ਹੈ। ਔਰਤ ਗਿਲਜੋ ਔਰ ਆਏ ਬੜੇ। ਤੇ ਹਜੇ ਇੰਨੀਆਂ ਕਿ ਗੱਲਾਂ ਬਾਤਾਂ ਯੁੱਧ ਦੇ ਮੈਦਾਨ ਦੇ ਵਿੱਚ ਖਾਲਸਾ ਜੀ ਚੱਲ ਰਹੀਆਂ ਸਨ,
ਤੇ ਗਿਲਜਿਆਂ ਦੀ ਇੱਕ ਹੋਰ ਭਾਰੀ ਟੁਕੜੀ ਜਿਹੜੀ ਹੈ ਨਾ, ਉਹਨਾਂ ਨੇ ਸਿੰਘਾਂ ਦੇ ਉੱਤੇ ਹੱਲਾ ਬੋਲ ਦਿੱਤਾ। ਲੜ ਮੜੈ ਯਹੀ ਸਿੰਘ ਅੜੈ। ਤੇ ਹੁਣ ਸਿੰਘਾਂ ਨੇ ਹੋਰ ਜਦੋਂ ਖੂਨ ਖੋਲਿਆ ਬਾਬਾ ਜੀ ਦੀਆਂ ਗੱਲਾਂ ਸੁਣ ਕੇ, ਤੇ ਜਦੋਂ ਖਾਲਸੇ ਦਾ ਰਾਜ ਭਾਗ ਝੋਲੀ 'ਚ ਚਾਹੁੰਦੇ ਨੇ, ਗਿਲਜਿਆਂ ਨੂੰ ਮਾਰ ਮੁਕਾਉਣਾ ਚਾਹੁੰਦੇ ਨੇ ਨਾ, ਫਿਰ ਲੜ ਲੜ ਤੇ ਅੜ ਅੜ ਕੇ ਜਿਹੜੇ ਨੇ ਵੈਰੀ ਦੇ ਨਾਲ ਦੋ ਹੱਥ ਕਰਦੇ ਹਨ ਜੀ। ਸਿੰਘਾਂ ਨੇ ਕਿਸੇ ਨੇ ਵੀ ਫਿਰ ਆਪਣੇ ਪੈਰ ਜਿਹੜੇ ਨੇ ਕਦਮ ਠੜਾਏ ਨਹੀਂ ਹਨ ਜੀ। ਤੇ ਅੱਗੇ ਹੀ ਅੱਗੇ ਸਿੰਘ ਜਿਹੜੇ ਨੇ ਉਹ ਵੱਧਦੇ ਜਾ ਰਹੇ ਹਨ ਜੀ। ਤੇ ਫਿਰ ਉਦੋਂ ਸਿੰਘਾਂ ਨੇ ਇਸ ਤਰ੍ਹਾਂ ਲਲਕਾਰਾ ਦੇਣਾ ਕੀਤਾ ਹੈ ਜੀ। ਓ ਮੁਹੰਮਦ ਦੇ ਯਾਰ, ਮੇਰੀ ਗੱਲ ਸੁਣੋ। ਖਾਲਸਾ ਕਹਿਣ ਲੱਗਾ, ਉਹ ਅਬਦਾਲੀ ਦੀ ਫੌਜ, ਹੁਣ ਤੁਹਾਨੂੰ ਜਿਹੜਾ ਹੈ ਅਸੀਂ ਜਾਨ ਨਹੀਂ ਦੇਵਾਂਗੇ। ਤੁਸੀਂ ਬੇਪਰਵਾਹੀ ਕਰਕੇ ਚੜੇ ਸਾਡੇ ਤੇ, ਹੁਣ ਦੇਖਿਓ